का खालसा वाहिगुरु जी की फतेह। ਅੱਜ ਦਾ ਸਾਡਾ ਸੈਸ਼ਨ ਜਸਮੀਤ ਸਿੰਘ ਜੀ ਫਰੋਮ ਬੰਬੇ, ਜੋ ਕਿ ਹੁਣੇ ਹੁਣੇ ਠੀਕ ਵੀ ਹੋਏ ਨੇ ਗੁਰੂ ਮਹਾਰਾਜ ਦੀ ਕਿਰਪਾ ਨਾਲ। ਕੋਵਿਡ ਨੂੰ ਝੇਲਦੇ ਆ ਹੁਣ ਅੱਜ ਬਿਲਕੁਲ ਠੀਕ ਲੱਗ ਰਹੇ ਨੇ ਤੇ ਪਰਮਾਤਮਾ ਕਰੇ ਜਸਮੀਤ ਜੀ ਆਪ ਜੀ ਦੀ ਸਿਹਤ ਬਿਲਕੁਲ ਪਰਫੈਕਟ 100% ਹੋ ਜਾਵੇ ਬਹੁਤ ਜਲਦੀ, ਕਿਉਂਕਿ ਅਸੀਂ ਆਪ ਜੀ ਨੂੰ ਮਿਸ ਕਰ ਰਹੇ ਸੀ। ਤੇ ਅੱਜ ਦੀ ਅਸੀਂ ਕਲਾਸ ਸਟਾਰਟ ਕਰਦੇ ਹਾਂ ਜੀ। ਜਸਮੀਤ ਜੀ, ਓਵਰ ਟੂ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮਤ ਹਰ ਹਰ ਮੀਠਾ ਲਾਗਾ, ਗੁਰਮੀਠੇ ਬਚਨ ਕਢਾਵੇ ਗੋ। ਸਤਿਗੁਰ ਬਾਣੀ ਪੁਰਖ ਪੁਰਖੋਤਮ, ਬਾਣੀ ਸਿਉ ਚਿਤ ਲਾਵੇ ਗੋ। ਗੁਰਬਾਣੀ ਸੁਨਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਘਰ ਆਵੇ ਗੋ। ਤਹਾਂ ਅਨਹਦ ਧੁਨੀ ਬਾਜੈ ਨਿਤ ਬਾਜੈ, ਨੀਛਰ ਧਾਰ ਚੁਆਵੇ ਗੋ। ਆਸਾ ਇਕਤ ਪਤਰ ਭਰ ਉਰ ਕਟ ਕੁਰ ਕਟ, ਇਕਤ ਪਤਰ ਭਰ ਪਾਨੀ। ਆਸ ਪਾਸ ਪੰਚ ਜੋਗੀਆ ਬੈਠੇ, बीच नकट दे रानी। नकटी को ठन गन बाडाडू, किने विवेकी काटी तू। नकटी को ठन गन बाडाडू, किने विवेकी काटी तू रहाओ। सगल माहे नकटी का वासा, सगल मार ओ हेरी। सगलिया की हों बहन भांजी, जिने बरी तिस चेरी। हमरो भरता बड़ो विवेकी, आपे संत कहावे। ओ हमारे माथे कायम, और हमरे निकट न आवे। नाको काटी कानो काटी, काट कूट के डारी। कहो कबीर संतन की बैरन, तीन लोक की प्यारी। नाको काटी कानो काटी, काट कूट के डारी। कहो कबीर संतन की बैरन, तीन लोक की प्यारी। भागा मजो। जिस शब्द का पाठ हमने असा सारिया ने रल मिल के सुनिया ते कीता है, ये शब्द भगत कबीर साहब तिन्हां दी रसना तो उच्चारण किया होया राग आसा अंदर श्री गुरु ग्रंथ साहिब जी दे पन्ना नंबर 476 उपर सुभायमान है। कबीर साहब इस शब्द राही समुची मनुखता नूं की उपदेश बख्शदे पए ने और रल मिल के समझण दा विचारन दा यतन करिए। यह शब्द बड़ा पेशेंस, बड़ा फोकस, बड़ा ध्यान मंगदा है। इस करके बड़े ही एकाग्रता नाल आपां सारियां ने रल मिल के
ਭਗਤ ਕਬੀਰ ਸਾਹਿਬ ਸਾਨੂੰ ਕੀ ਸਮਝਾਉਂਦੇ ਪਏ ਨੇ, ਆਓ ਸਮਝੀਏ। ਜਿਹੜੇ ਵੀ ਸੱਜਣ ਆਪਣਾ ਵੀਡੀਓ ਔਨ ਕਰਕੇ ਬੈਠ ਸਕਦੇ ਨੇ, ਤਾਂ ਕਿ ਆਪਾਂ ਇਸ ਸ਼ਬਦ ਨੂੰ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਹੋਏ ਆਪਣੀ ਜ਼ਿੰਦਗੀ ਨਾਲ ਰਿਲੇਟ ਕਰ ਸਕੀਏ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਇੱਕ ਵਾਰ ਆਓ ਫਿਰ ਦੁਬਾਰਾ ਫਤਿਹ ਨਾਲ ਸਾਂਝ ਪਾਈਏ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਜਦੋਂ ਵੀ ਅਸੀਂ ਬਿਹੇਵੀਅਰ ਮਾਡਲ ਕਰਨਾ ਹੋਵੇ ਜਾਂ ਅਸੀਂ ਕੋਈ ਐਕਸ਼ਨ ਇਨਫਲੂਐਂਸ ਕਰਨਾ ਹੋਵੇ, ਕਿਸੇ ਸਿਚੁਏਸ਼ਨ ਨੂੰ ਲੀਡ ਕਰਨਾ ਹੋਵੇ ਜਾਂ ਕਿਸੇ ਨੂੰ ਮੋਟੀਵੇਟ ਕਰਨਾ ਹੋਵੇ, ਜਿਹੜੀ ਚੀਜ਼ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਉਹ ਹੈ ਐਕਸ਼ਨਸ, ਉਹ ਹੈ ਕੰਮ। ਕਿਉਂਕਿ ਐਕਸ਼ਨ ਸਪੀਕ ਲਾਊਡਰ ਦੈਨ ਵਰਡਸ। ਤੁਸੀਂ ਬਾਹਰਲੇ ਤੌਰ ਤੇ ਜਿੰਨਾ ਮਰਜ਼ੀ ਬੋਲੇ ਜਾਓ, ਬਟ ਜੇ ਤੁਹਾਡੇ ਆਪਣੇ ਕੰਮ ਜੋ ਤੁਸੀਂ ਬੋਲਦੇ ਪਏ ਹੋ ਉਸ ਤੋਂ ਬਿਲਕੁਲ ਪੁੱਠੇ ਨੇ, ਤੁਸੀਂ ਨਾ ਕਿਸੇ ਦਾ ਬਿਹੇਵੀਅਰ ਮਾਡਲ ਕਰ ਸਕਦੇ ਹੋ, ਨਾ ਕਿਸੇ ਨੂੰ ਇਨਫਲੂਐਂਸ ਕਰ ਸਕਦੇ ਹੋ। ਐਗਜ਼ਾਮਪਲ, ਕਿਸੇ ਦੇ ਅਗਰ ਮਾਪਿਓ ਉਹਦੇ ਬੱਚੇ ਨੂੰ ਕਹਿਣ, ਪੁੱਤ ਤੂੰ ਪੜ੍ਹਦਾ ਬਿਲਕੁਲ ਨਹੀਂ ਹੈ, ਪੜ੍ਹਾਈ ਕਰ, ਪਰ ਉਹ ਬੱਚਾ ਦੇਖੇ ਕਿ ਮੇਰੇ ਮਾਪਿਓ ਨੇ ਅਗਰ ਜ਼ਿੰਦਗੀ ਦੇ ਵਿੱਚ 5 ਕਿਤਾਬਾਂ ਵੀ ਨਹੀਂ ਪੜ੍ਹੀਆਂ, ਫਿਰ ਕਿਧਰ ਨਾ ਕਿਧਰ ਉਹਦੀ ਗੱਲਾਂ ਉਸ ਤੇ ਇਨਫਲੂਐਂਸ ਨਹੀਂ ਕਰਨਗੀਆਂ। ਹੋਰ ਇੱਕ ਐਗਜ਼ਾਮਪਲ ਲੈ ਲਈਏ, ਕੋਈ ਅਗਰ ਮਾਪਿਓ ਕਿਸੇ ਬੱਚੇ ਨੂੰ ਕਹਿਣ, ਬੱਚੇ ਤੂੰ ਕੀ ਪੜ੍ਹਦਾ ਪਿਆ, ਐਵੇਂ ਰੱਟੇ ਮਾਰਦਾ ਪਿਆ, ਥੋੜਾ ਸਮਝ ਕੇ ਪੜ੍ਹ, ਪਤਾ ਤੇ ਲੱਗੇ ਤੂੰ ਕੀ ਪੜ੍ਹਦਾ ਪਿਆ, ਤੇਰੀ ਜ਼ਿੰਦਗੀ ਦੇ ਵਿੱਚ ਤੈਨੂੰ ਕੁਝ ਸਮਝ ਆ ਰਿਹਾ ਕਿ ਨਹੀਂ। ਅੱਗੋਂ ਬੱਚਾ ਕਹੇ ਗੱਲ ਤੇ ਤੁਹਾਡੀ ਬਿਲਕੁਲ ਠੀਕ ਹੈ, ਪਰ ਮੈਂ ਵੀ ਨਾ ਰੋਜ਼ ਸਵੇਰੇ ਦੇਖਦਾ, ਤੁਸੀਂ ਜਪਜੀ ਸਾਹਿਬ ਪੜ੍ਹ ਲਏ ਹੁੰਦੇ ਹੋ, ਮੈਨੂੰ ਦੱਸੋਗੇ ਜਤ ਪਹਾਰਾ, ਧੀਰਜ ਸੁਨਿਆਰ, ਅਹਰਨ ਮਤ, ਵੇਦ ਹਥਿਆਰ ਮਤਲਬ ਕੀ ਹੈ? ਜੇ ਅੱਗੋਂ ਸਾਡੀ ਚੁੱਪੀ ਹੋ ਜਾਏ, ਅਸੀਂ ਕਹੀਏ ਗੁਰਦੁਆਰੇ ਜਾ ਕੇ ਗ੍ਰੰਥੀ ਕੋਲੋਂ ਪੁੱਛ ਕੇ ਆ, ਅਸੀਂ ਬਿਹੇਵੀਅਰ ਨੂੰ ਮਾਡਲ ਨਹੀਂ ਕਰ ਸਕਦੇ, ਅਸੀਂ ਕੋਈ ਐਕਸ਼ਨ ਇਨਫਲੂਐਂਸ ਨਹੀਂ ਕਰ ਸਕਦੇ, ਕਿਉਂਕਿ ਸਭ ਤੋਂ ਪਹਿਲੀ ਚੀਜ਼ ਉਹ ਹੈ ਐਕਸ਼ਨ, ਕੰਮ। ਦੂਜੀ ਚੀਜ਼ ਕਹਾਣੀ, ਸਟੋਰੀ ਟੈਲਿੰਗ। ਹੁਣ ਇਹ ਕਿਉਂ? ਜ਼ਿੰਦਗੀ ਦੇ ਵਿੱਚ ਇੱਕ ਐਗਜ਼ਾਮਪਲ ਨਾਲ ਸਮਝੀਏ। ਮੰਨ ਲਓ ਕੋਈ ਕਿਸੇ ਨੂੰ ਕਹੇ ਕਿ ਭਲਿਆ ਪੁਰਖਾ, ਜ਼ਿੰਦਗੀ ਦੇ ਵਿੱਚ ਡਿਸਿਪਲਿਨ ਬੜਾ ਜ਼ਰੂਰੀ, ਟਾਈਮ ਤੇ ਰਹਿ, ਹਰ ਚੀਜ਼ ਬਿਲਕੁਲ ਟਾਈਮ ਤੇ ਕਰ। ਕਦ ਦੇਖੋ ਐਵੇਂ ਆਲਸੀ ਪਿਆ ਰਹਿੰਦਾ ਹੈ, ਤੂੰ ਟਾਈਮ ਦੀ ਕਦਰ ਨਹੀਂ ਕਰਦਾ, ਤੂੰ ਕਿਹਾ 8 ਵਜੇ ਮਿਲਣਾ ਹੈ, 8:30 ਵਜੇ ਆਂਦਾ ਪਿਆ, ਟਾਈਮ ਦੀ ਕਦਰ ਕਰ। ਬਸ ਇੰਨੀ ਕੀ ਗੱਲ ਕਹਿਤੀ, ਅਸਲ ਪੁਆਇੰਟ ਦੱਸਤਾ, ਬਟ ਕੀ ਇਨਫਲੂਐਂਸ ਹੋਇਆ। ਪਰ ਹੁਣ ਦੂਜੇ ਪਾਸੇ ਕਿਸੇ ਨੇ ਕਿਹਾ ਕਿ ਇੱਕ ਨਾ ਰਾਜਾ ਸੀ, ਰਾਜਾ ਕਿਸੇ ਜਗ੍ਹਾ ਤੇ ਜਾ ਰਿਹਾ, ਜਾਂਦਿਆਂ ਜਾਂਦਿਆਂ ਉਹਨੂੰ ਪਿਆਸ ਲੱਗੀ। ਹੁਣ ਪਿਆਸ ਲੱਗੀ, ਉਸਨੇ ਆਪਣੇ ਵਜ਼ੀਰ ਨੂੰ, ਸੈਨਾ ਨੂੰ ਕਿਹਾ ਮੈਨੂੰ ਪਾਣੀ ਪਿਲਾਓ। ਉਹਦੇ ਆਸ-ਪਾਸ ਵਾਲੇ ਉਹਨੂੰ ਕਹਿੰਦੇ ਨੇ ਕਿ ਰਾਜਨ ਸਾਨੂੰ 2 ਪਲ ਦਿਓ, ਅਸੀਂ ਤੁਹਾਡੇ ਲਈ ਸ਼ਰਬਤ ਲੈ ਕੇ ਆਏ। ਸ਼ਰਬਤ ਲੈਣ ਗਏ, ਹੁਣ 5 ਮਿੰਟ ਹੋ ਗਏ, 10 ਮਿੰਟ ਹੋ ਗਏ, ਉਹ ਵਾਪਸ ਆਏ ਨਹੀਂ। ਲਾਗੇ ਹੀ ਇੱਕ ਨਦੀ ਜਾਂਦੀ ਪਈ ਸੀ, ਰਾਜਾ ਉਧਰੋਂ ਉਤਰਿਆ ਆਪਣੇ ਘੋੜੇ ਤੋਂ, ਆਪਣਾ ਟੋਪ ਉਤਾਰਿਆ, ਪਾਣੀ ਭਰਿਆ ਤੇ ਪਾਣੀ ਪੀ ਲਿਆ। ਹੁਣ ਉਨੀ ਦੇਰ ਉਹਦੇ ਵਜ਼ੀਰ ਸ਼ਰਬਤ ਲੈ ਕੇ ਆ ਗਏ। ਵਜ਼ੀਰ ਪੁੱਛਦਾ ਹੈ, ਰਾਜਨ ਇੰਨੀ ਕੀ ਕਾਲ ਸੀ ਤੁਹਾਨੂੰ, ਤੁਸੀਂ 2 ਮਿੰਟ 5 ਮਿੰਟ ਰੁਕ ਸਕਦੇ ਸੀ, ਅਸੀਂ ਤੁਹਾਡੇ ਲਈ ਸ਼ਰਬਤ ਲੈ ਕੇ ਆ ਰਹੇ ਸੀ। ਅੱਗੋਂ ਰਾਜਨ ਜਵਾਬ ਦਿੰਦਾ ਹੈ ਕਿ ਜੇ ਪਾਣੀ ਪੀਣ ਲਈ ਵੀ ਮੈਂ 10-10 ਮਿੰਟ ਉਡੀਕਦਾ ਰਹਿੰਦਾ, ਇੱਕ ਜਗ੍ਹਾ ਤੇ ਖੜਾ ਰਹਿੰਦਾ, ਨਾ ਮੈਂ ਰਾਜਾ ਬਣ ਸਕਦਾ ਸੀ ਤੇ ਨਾ ਮੈਂ ਇਸ ਜਗ੍ਹਾ ਤੇ ਤੁਹਾਡੇ ਤੇ ਕੰਟਰੋਲ ਕਰਦੇ ਹੋਏ ਇੱਕ ਸਿਸਟਮ ਕ੍ਰੀਏਟ ਕਰ ਸਕਦਾ ਸੀ। ਹੁਣ ਦੱਸੋ, ਪਹਿਲੀ ਮੇਰੀ ਕਹੀ ਹੋਈ ਗੱਲ ਨੇ ਇਨਫਲੂਐਂਸ ਕਰਨਾ ਹੈ ਜਾਂ ਦੂਜੀ ਕਹਾਣੀ ਨੇ? ਆਬਵੀਅਸਲੀ ਕਹਾਣੀ ਨੇ। ਇਸ ਕਰਕੇ ਸਟੋਰੀ ਟੈਲਿੰਗ ਇਜ਼ ਵੈਰੀ ਇੰਪੋਰਟੈਂਟ। ਖਾਸ ਕਰਕੇ ਅਨਫੋਰਚੂਨੇਟਲੀ ਅੱਜ ਕੱਲ ਦੀ ਦੁਨੀਆ ਦੇ ਵਿੱਚ ਇੰਪੋਰਟੈਂਟ ਕਿਉਂ ਹੋ ਗਈ ਹੈ? ਕਿਉਂਕਿ ਅੱਜ ਕੱਲ ਅਸੀਂ ਬਿਲੀਵ ਵੀ ਕਰਦੇ ਹਾਂ ਫੇਕ ਨਿਊਜ਼ ਤੇ, ਅੱਜ ਕੱਲ ਅਸੀਂ ਮੰਨਦੇ ਹਾਂ ਕਹਾਣੀਆਂ ਤੇ ਸਾਡੀ ਪੜ੍ਹਾਈ ਵੀ ਜ਼ਿਆਦਾਤਰ ਹੁੰਦੀ ਹੈ WhatsApp ਯੂਨੀਵਰਸਿਟੀ ਤੋਂ। ਹੁਣ ਇਸ ਕਰਕੇ ਉਸ ਕਹਾਣੀ ਨੂੰ ਸਮਝਣਾ ਤੇ ਕਹਾਣੀ ਨੂੰ ਇੱਕ ਠੀਕ ਢੰਗ ਨਾਲ ਪੇਸ਼ ਕਰਨਾ ਬੜਾ ਜ਼ਰੂਰੀ। ਇਹ ਸਟੱਡੀਜ਼ ਹੋਈਆਂ ਨੇ ਕਿ ਜਦੋਂ ਅਸੀਂ ਫੈਕਟਸ ਵੀ ਪੇਸ਼ ਕਰਦੇ ਪਏ, ਜੇ ਫੈਕਟਸ ਨੂੰ ਅਸੀਂ ਇੱਕ ਸਟੋਰੀ ਦੇ ਥਰੂ ਪੇਸ਼ ਕਰਾਂਗੇ, ਉਹ ਫੈਕਟਸ ਮਨੁੱਖ ਦੇ ਜ਼ਿਹਨ ਦੇ ਵਿੱਚ ਲੰਬੇ ਸਮੇਂ ਤੱਕ ਰਹਿੰਦੇ ਨੇ ਤੇ ਉਹ ਫੈਕਟਸ ਅਸਰ ਵੀ ਕਰਦੇ ਨੇ। ਬਲਕਿ ਇੱਥੇ ਤੱਕ ਸਟੱਡੀਜ਼ ਹੋਈਆਂ ਨੇ ਕਿ ਪੀਪਲ ਬਿਲੀਵ ਇਨ ਸਟੋਰੀਜ਼
more than statistics। मतलब की होया, दो चीज़ां निकलियां। जदों असी बिहेवियर मॉडल करना चाहते हैं, एक्शन इन्फ्लुएंस करना चाहते हैं, पहली चीज सी कम एक्शंस, क्योंकि एक्शन स्पीक लाउडर देन वर्ड्स। दूजी चीज द आर्ट ऑफ स्टोरी टेलिंग। हुण एक तीजी चीज है, वो है कम्युनिकेशन। क्योंकि जिस अंदाज दे विच असी किसी गल नूं पेश करना है, मोटिवेट करना है, इन्फ्लुएंस करना है, कि वो गल सामने वाले नूं समझ भी आ रही है, कि वो चीज उहदे पकड़ विच आ रही है, कि वो मोटिवेट हो रहा है, उसकी जहन विच जा रही है। जे जांदी पई है तां ही साडी कीती हुई गल्लां दा लाभ है, नहीं तो कोई लाभ नहीं। तीन चीज़ां किहड़ियां निकली? कम, द आर्ट ऑफ स्टोरी टेलिंग, कम्युनिकेटिंग इन द वे सामने वाला साडी गल समझ सके, तां ही तां बिहेवियर नूं मॉडल किया जा सकता है। गुरु ग्रंथ साहिब दी बानी मनुख लई की है? एक जीवन जाच, जिंदगी जीण दा ढंग। गुरु ग्रंथ साहिब दी बानी वख-वख उदाहरणा देती है। क्यों? क्योंकि मनुख नूं जिंदगी जीण दा तरीका समझाना है, मंजिल तक लेके जाना है। मंजिल केड़ी है? गोबिंद मिलन की, ये तेरी बरिया। हुण उस मंजिल तक पहुंचना है, ते उस मंजिल तक पहुंचण लई गुरु ग्रंथ साहिब दी बानी अंदर अनेक उदाहरणा वरतियां गईयां, जो समाज दे विच प्रचलित शब्दावली सी, प्रचलित फ्रेजेस सी, प्रचलित किरदार सी, जो प्रचलित इतिहास जां मितिहास सी, वो वरतिया गया। पर जे असी उन्हां कहानियां तक, उन्हां शब्दावली तक सीमित रह गए, फिर जो साडा बिहेवियर नूं चेंज करन दा, साडे बिहेवियर नूं मॉडल करन दा गुरु साहब एक साडे उत्ते मेहरामत तर्ज करदे पए ने, असी उस थां तक पहुंच नहीं सकते। क्योंकि मंजिल की सी? सतगुर की बानी सत स्वरूप है, अगे की एक गुरबानी बनिए, गल सी गुरबानी बनन दा। पर जे असी उस शब्दावली नूं समझ ना सके, जे असी उहदे पिछे दे मोटिवेशन नूं समझ ना सके, जे वरते गए प्रोडावाद नूं समझ ना सके, फिर किधर ना किधर असी विचारदे हां, टपला खा सकते हैं। और एक दो होर बाहरली उदाहरण तो समझ जाइए। अक्सर कुछ उदाहरणा आम जिंदगी दे विच वरतियां जांदियां। मिसाल दे तौर पे, एक कपड़ा दुध वर्गा चिट्टा है। हुण की कपड़े दा ते दुध दा कोई कनैक्शन है? हुण जे असीं इत्थे बैठ के एक फिलॉसफी झाड़े जाइए कि कपड़ा है ते दुध दे विच किन्नी कनैक्शन है, यह साडी अज्ञानता तो वध होर कुछ नहीं हो सकता। पर उधर गल की चलती पई सी, उधर कोई दुध दी गल नहीं चलती पई सी। कपड़ा चंगे ढंग नाल साफ सुथरा हो गया है, उसदे उत्ते मैल नहीं रही, कपड़े दा रंग बिल्कुल चिट्टा है, गल उसदी चलदी। और एक एग्जाम्पल समझ जाइए। अक्सर एक उदाहरण, एक कहावत वरती जाती है, और कहावत होंदी है, जेड़े लाहौर भी भैड़े वो पिशोर भी भैड़े। हुण इत्थे की गल लाहौर दी या पिशोर दी कीती जा रही? कतई नहीं, बिल्कुल भी नहीं। इधर गल की चलती पई है मनुखी किरदार दे उत्ते, कि जेड़ा बंदे दा किरदार माड़ा है, जेड़ा बंदा भैड़े काम करता है, जेड़ा बंदा चज दे काम नहीं करता पिया, वो जिस जगह मर्जी रहे उन्हें भैड़ ही करनी है, उन्हें कोई चज दा काम नहीं करना। एग्जाम्पल होर समझ जाइए। क्या जाता ना कि इस बंदे ने सारा आसमान अपने सिर ते चुक लिया। हुण कोई बंदा के आओ लभो आसमान किथे, की होएगी? अज्ञानता ही ना। पर उदा मतलब की है? उदा मतलब है कि इस बंदे ने कितना करोला पाया हुआ है, कितना किशोर पाया हुआ है, इंज जापदा पिया है कि इन्हें सारा दा सारा आसमान अपने सिर ते चुकिया है। हुण गल कुछ होर कहनी सी, पर शब्दावली, फ्रेजेस, एग्जाम्पल्स वखरियां वरतियां। गुरु साहब बस सानू जो ओ बोली, ओ शब्दावली जो सौखी समझ आ जाए वरतदे ओ पए ने। पर असल ए मटीचा की है, किव सचियारा हुई है, किव कूड़े टुटे पाल, हुक्म रजाई चलना नानक, लिखिया नाल मंजिल तां ऐसी। तां तां देखो गुरु ग्रंथ साहब दे विच ओ किव सचियारा हुई है समझाना है। एग्जाम्पल्स किहड़ियां वरतियां? वो परिवारक एग्जाम्पल्स वरतियां जो असीं रोज अपनी जिंदगी दे विच देखते हैं। असीं पिता दी, माता दी गल करदे हां, गुरु ग्रंथ साहब दी बानी एग्जाम्पल वरती है ना, तू मेरा पिता, तू है मेरा माता। हुण गुरु ग्रंथ साहब दी बानी देखदी पई है ना कि साडे जीवन दे विच जिहड़ी सब तो वड्डी समस्या है, वो लोभ है, संतोख नहीं है। हुण गल समझानी है संतोख दी, पर जेहो जा स्टूडेंट है, इहो जा एग्जाम्पल दे के समझांदे पए ने, जिसनों मुंदा दी परिभाषा समझ आंदी है, उन्होंने किवें समझाया? मुंदा संतोख, श्रमपत झोली, ध्यान की करें विभूत, खिंता काल
ਕੁਆਰੀ ਕਾਇਆ ਜੁਗਤ, ਆਪਣੀ ਕਾਇਆ ਨੂੰ ਵਿਕਾਰਾਂ ਤੋਂ ਕੁਆਰੀ ਰੱਖਣਾ ਇਹ ਜੁਗਤੀ ਹੈ। ਕੁਆਰੀ ਕਾਇਆ ਜੁਗਤ, ਡੰਡਾ ਪ੍ਰਤੀਤ, ਕਿਵੇਂ ਸਮਝਾਇਆ? ਮੁੰਦਾ ਸੰਤੋਖ। ਪਰ ਹੋ ਸਕਦਾ ਹੈ ਹਰ ਬੰਦਾ ਮੁੰਦਾ ਦੀ ਪਰਿਭਾਸ਼ਾ ਨਾ ਸਮਝੇ, ਹੋ ਸਕਦਾ ਹੈ ਕੋਈ ਕਪਾਹ ਦੀ ਪਰਿਭਾਸ਼ਾ ਸਮਝੇ। ਉਹਨੂੰ ਕਿਵੇਂ ਸਮਝਾਇਆ? ਦਇਆ ਕਪਾਹ, ਸੰਤੋਖ ਸੂਤ। ਹੁਣ ਦੇਖੋ ਗੱਲ ਸਮਝਾਣੀ ਹੈ ਸੰਤੋਖ ਦੀ। ਜਿਹੋ ਜਿਹਾ ਸਟੂਡੈਂਟ ਹੋਏਗਾ ਇਹੋ ਜਿਹੀ ਐਗਜ਼ਾਮਪਲ ਵਰਦੀ ਤਾਂ ਕਿ ਭਲਿਆ ਪੁਰਖਾ ਤੂੰ ਕੇਵਲ ਐਗਜ਼ਾਮਪਲ ਤੱਕ ਸੀਮਿਤ ਨਾ ਰਹਿ ਜਾਏ, ਤੂੰ ਸੱਚ ਸਮਝ ਜਾਏ। ਹੁਣ ਅੱਗੇ ਆ ਗਿਆ ਕਿਸਾਨ। ਕਿਸਾਨ ਨੂੰ ਮੁੰਦਾ ਤੋਂ, ਕਿਸਾਨ ਨੂੰ ਕਪਾਹ ਨਾਲ ਇੰਨਾ ਕੋਈ ਮੇਲ, ਇੰਨਾ ਕੋਈ ਕਨੈਕਸ਼ਨ ਨਹੀਂ ਹੈ। ਕਿਰਤੀ ਬੰਦਾ ਉਹਨੂੰ ਆਪਣੀ ਧਰਤੀ ਬਾਰੇ, ਖੇਤ ਬਾਰੇ, ਫਸਲ ਬਾਰੇ, ਪਾਣੀ ਬਾਰੇ ਪਤਾ, ਪਰ ਉਹਦੇ ਲਈ ਵੀ ਸੰਤੋਖ ਤੇ ਉਨਾ ਹੀ ਲਾਜ਼ਮੀ, ਉਨਾ ਹੀ ਜ਼ਰੂਰੀ ਹੈ ਨਾ। ਉਹਨੂੰ ਕਿਵੇਂ ਸਮਝਾਇਆ? ਉਹਨੂੰ ਸਮਝਾਇਆ ਮਨ ਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਹੁਣ ਦੇਖੋ ਗੱਲ ਸਮਝਾਣੀ ਸੀ ਸੰਤੋਖ ਦੀ, ਪਰ ਸੰਤੋਖ ਜਿਵੇਂ ਜਿਵੇਂ ਜੋ ਸਟੂਡੈਂਟ ਜਿਹਨੂੰ ਜੋ ਗੱਲ ਸਮਝ ਆ ਰਹੀ ਹੈ, ਕੋਈ ਕਹਿੰਦਾ ਕਿਸ ਜਗ੍ਹਾ ਤੇ ਕਹਿੰਦੇ ਪਏ ਨੇ ਮੁੰਦਾ ਸੰਤੋਖ, ਕਿੱਥੇ ਕਹਿੰਦੇ ਪਏ ਨੇ ਸੰਤੋਖ ਸੂਦ, ਕਿੱਥੇ ਕਹਿੰਦੇ ਪਏ ਨੇ ਸੰਤੋਖ ਸੁਹਾਗਾ। ਅਸੀਂ ਜੇ ਮੁੰਦਾ ਤੱਕ, ਕਪਾਹ ਤੱਕ, ਸੁਹਾਗਾ ਤੱਕ ਖੜੇ ਰਹਿ ਗਏ, ਫਿਰ ਕੀ ਅਸੀਂ ਸੰਤੋਖ ਦੀ ਪਰਿਭਾਸ਼ਾ ਨੂੰ ਸਮਝਦੇ ਹਾਂ ਕਿ ਵੀ ਸਚਿਆਰਾ ਤੱਕ ਜਾ ਸਕਦੇ? ਕਦੇ ਨਹੀਂ। ਬਸ ਅੱਜ ਵੀ ਅਸਾਂ ਐਂ ਕਰਨਾ। ਸ਼ਬਦ ਦੇ ਵਿੱਚ ਕੁਝ ਟਰਮਸ ਵਰਤੇ ਗਏ ਨੇ, ਅਸੀਂ ਉਹਨਾਂ ਟਰਮਸ ਨੂੰ ਸਮਝਣਾ ਹੈ। ਜਿਹੜਾ ਰਹਾਉ ਦੇ ਬੰਦ ਵਿੱਚ ਪਹਿਲਾ ਟਰਮ ਵਰਤਿਆ ਗਿਆ ਹੈ, ਉਹ ਟਰਮ ਹੈ ਨਕਟੀ, ਨੱਕ ਕੱਟਿਆ ਹੋਇਆ। ਹੁਣ ਨੱਕ ਕੱਟੇ ਹੋਏ ਦਾ ਭਾਵ ਕੀ ਹੈ? ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਸਮਝਣਾ ਪਏਗਾ ਨਾ। ਵੈਸੇ ਨਾ ਇੰਗਲਿਸ਼ ਦੇ ਵਿੱਚ ਵੀ ਨਾ ਕੁਝ ਵਰਡਸ ਆਉਂਦੇ ਨੇ ਜਿੱਥੇ ਇਹ ਕਿਹਾ ਜਾਂਦਾ ਹੈ ਕਿ ਕਿਸੇ ਜਗ੍ਹਾ ਤੇ ਆਪਣਾ ਨੋਸ ਪੋਕ ਕਰਨਾ, ਜਾਂ ਕਹਿਣਾ ਕਿ ਮੇਰਾ ਇੰਟੈਂਸ਼ਨ ਹੈ ਕਿ ਇਸ ਜਗ੍ਹਾ ਤੇ I want to keep my nose clean। ਹੁਣ ਉਸ ਜਗ੍ਹਾ ਤੇ ਕੀ ਭਾਵ ਹੈ ਆਪਾਂ ਅੱਗੇ ਜਾ ਕੇ ਸਮਝਣਾ ਕਿ ਨੋਸ ਪੋਕ ਕਰਨ ਦਾ, ਨੋਸ ਕਲੀਨ ਰੱਖਣ ਦਾ ਕੀ ਭਾਵ ਹੈ। ਪਰ ਇੱਥੇ ਗੱਲ ਚੱਲਦੇ ਪਏ ਨੇ ਨੱਕ ਕੱਟਣ ਦਾ। ਹੁਣ ਨੱਕ ਕੱਟਣ ਦਾ ਇੱਕ ਸਿੱਧਾ ਸਾਦਾ ਅਰਥ ਹੈ ਇੱਜ਼ਤ ਨਾਲ। ਬਟ ਬਾਬਾ ਕਬੀਰ ਇਸ ਜਗ੍ਹਾ ਤੇ ਲਫ਼ਜ਼ ਕਿਉਂ ਵਰਤੇ ਪਏ ਨੇ? ਆ ਥੋੜੇ ਸ਼ਬਦ ਪਿੱਛਾ ਚੱਲੀਏ। ਆਸਾ ਰਾਗ ਦੇ ਵਿੱਚ ਬਾਬਾ ਕਬੀਰ ਸ਼ੁਰੂਆਤ ਕਰਦੇ ਨੇ ਇੱਕ ਅਰਦਾਸ ਦੇ ਨਾਲ, ਇੱਕ ਬੇਨਤੀ ਦੇ ਨਾਲ। ਬਾਬਾ ਕਬੀਰ ਕਹਿੰਦੇ ਪਏ ਨੇ ਗੁਰ ਚਰਨ ਲਾਗ ਹਮ ਬਿਨਵਤਾ, ਪੁੱਛਤ ਕਹਾਂ ਜਿਉ ਪਾਇਆ, ਕਵਨ ਕਾਜ ਜਗ ਉਪਜੈ ਬਿਨਸੈ, ਕਹੋ ਮੋਹਿ ਸਮਝਾਇਆ, ਦੇਵ ਕਰੋ ਦਇਆ ਮੋਹਿ ਮਾਰਗ ਲਾਵੋ, ਜਿਤ ਭੈ ਬੰਧਨ ਟੂਟੇ, ਜਨਮ ਮਰਨ ਦੁਖ, ਫੇੜ ਕਰਮ ਸੁਖ, ਜੀ ਜਨਮ ਤੇ ਛੂਟੇ। ਹੁਣ ਦੇਖੋ ਇੱਕ ਚੀਜ਼ ਮੰਨੀ ਹੈ। ਕੀ ਮੰਨੀ ਹੈ? ਕਿਉਂਕਿ ਕਿਹਾ ਨਾ ਦੇਵ ਕਰੋ ਦਇਆ ਮੋਹਿ ਮਾਰਗ ਲਾਵੋ, ਮਤਲਬ ਮੰਨੀ ਹੈ ਕਿ ਕਿਧਰ ਨਾ ਕਿਧਰ ਮੈਂ ਗਲਤ ਮਾਰਗ ਤੇ ਗਲਤ ਰਾਹ ਤੇ ਸੀ, ਮੈਂ ਬਾਵੇਂ ਮਾਰਗ ਤੇੜਾ ਚੱਲਣਾ ਵਾਲੇ ਰਸਤੇ ਤੇ ਆ ਗਿਆ ਸੀ। ਗੁਰਸਿੱਖ ਮੀਤ ਚਲੋ ਗੁਰ ਚਾਲੀ ਤੇ ਨਹੀਂ ਸੀ। ਹੁਣ ਕਿਉਂਕਿ ਮੈਂ ਤੇੜੇ ਰਾਹ ਤੇ ਸੀ, ਇਸ ਕਰਕੇ ਪੁਕਾਰ ਨਿਕਲੀ ਹੈ ਦੇਵ ਕਰੋ ਦਇਆ ਮੋਹਿ ਮਾਰਗ ਲਾਵੋ। ਕਿਉਂਕਿ ਜੇ ਮੈਂ ਸਹੀ ਮਾਰਗ ਤੇ ਨਹੀਂ ਆਇਆ ਨਾ, ਫਿਰ ਇੱਕ ਚੀਜ਼ ਮੇਰੀ ਜ਼ਿੰਦਗੀ ਦੇ ਵਿੱਚ ਰਹੇਗੀ, ਉਹ ਕੀ ਹੈ? ਜਿਤ ਭੈ ਬੰਧਨ ਟੂਟੇ। ਮੇਰੀ ਜ਼ਿੰਦਗੀ ਦੇ ਵਿੱਚ ਭੈ ਰਹਿਣਾ ਹੀ ਰਹਿਣਾ। ਮੈਂ ਪੜ੍ਹਨਾ ਜ਼ਰੂਰ ਹੈ ਨਿਰਭਉ, ਲੇਕਿਨ ਮੈਂ ਇਤਨਾ ਡਰਾਕਲ, ਇੰਨਾ ਡਰਪੋਕ ਰਹਿਣਾ ਕਿ ਮੈਂ ਜ਼ਿੰਦਗੀ ਦੇ ਵਿੱਚ ਕੋਈ ਕਦਮ ਨਹੀਂ ਚੁੱਕ ਸਕਾਂਗਾ। ਕਿਉਂ? ਕਿਉਂਕਿ ਮੈਂ ਡਰਪੋਕ ਰਹਾਂਗਾ। ਜਿਹੜਾ ਡਰਪੋਕ ਰਹੇਗਾ ਉਹ ਰਿਸਕ ਨਹੀਂ ਲਏਗਾ, ਜਿਹੜਾ ਰਿਸਕ ਨਹੀਂ ਲਏਗਾ ਉਹ ਰਿਟਰਨ ਨਹੀਂ ਹੋ ਸਕਦਾ। ਕਿਉਂ? ਕਿਉਂਕਿ ਰਿਟਰਨ ਵੀ ਤਾਂ ਜ਼ਿਆਦਾ ਜੇ ਬੰਦਾ ਰਿਸਕ ਲਏਗਾ। ਮੈਂ ਇੰਨਾ ਕੁ ਡਰਪੋਕ ਰਿਹਾ, ਇੰਨਾ ਡਰਿਆ ਹੋਇਆ ਰਿਹਾ, ਜ਼ਿੰਦਗੀ ਦੇ ਵਿੱਚ ਕੁਝ ਹਾਸਲ ਨਹੀਂ ਕਰ ਸਕਿਆ। ਡਰੇ ਹੋਏ ਦਾ ਫਾਇਦਾ ਕਿੰਨੇ ਚੁੱਕਿਆ? ਧਰਮੀ ਆਗੂ ਨੇ। ਸਭ ਤੋਂ ਚੰਗੀ ਚੀਜ਼ ਇੱਕ ਧਰਮੀ ਆਗੂ ਲਈ, ਜਿਹੜਾ ਬੰਦਾ ਧਰਮ ਦਾ ਠੇਕੇਦਾਰ ਬਣਿਆ, ਉਹਦੇ ਲਈ ਕੀ ਹੈ? ਬੰਦਾ ਡਰਪੋਕ ਹੋਏ ਤੇ ਬੰਦਾ ਲਾਲਚੀ ਹੋਏ। ਜਿੰਨਾ ਲਾਲਚੀ ਹੋਏਗਾ ਉਸਨੂੰ ਜਿਸ ਜਗ੍ਹਾ ਦੇ ਨਾਲ ਮੈਂ ਜੋੜਨਾ ਚਾਹੁੰਦਾ, ਉਹਨੂੰ ਮੈਂ ਸੱਚ ਨਾਲ, ਉਹਦੇ ਆਪਣੇ ਆਪ ਨਾਲ ਨਹੀਂ ਜੋੜਾਂਗਾ। ਮੈਂ ਕਹਾਂਗਾ ਤੂੰ ਇਸ ਜਗ੍ਹਾ ਨਾਲ ਜੁੜ ਜਾ, ਤੂੰ ਮੇਰੇ ਤੇ ਡਿਪੈਂਡ ਰਹੇ, ਤੂੰ ਇਸ ਪ੍ਰਚਾਰਕ ਤੇ ਡਿਪੈਂਡ ਰਹੇ। ਉਹ ਐ ਨਹੀਂ ਕਹੇਗਾ ਤੂੰ ਆਪਣੇ ਆਪ ਤੇ ਡਿਪੈਂਡ ਰਹੇ। ਲਾਲਚੀ ਹੋਏਗਾ, ਉਹਦਾ ਲਾਲਚ ਵਧੇਰ ਜਾਏਗਾ। ਤੂੰ ਇਸ ਜਗ੍ਹਾ ਤੇ ਆ, ਤੇਰੇ ਸਾਰੇ ਕੰਮ ਪੂਰੇ। ਤੂੰ ਡਰਿਆ ਹੋਇਆ ਹੈ, ਤੂੰ ਅਗਰ ਇਹ ਕੰਮ ਨਹੀਂ ਕੀਤਾ, ਤੂੰ ਅਗਰ ਇਹ ਕੰਮ ਨਹੀਂ ਕੀਤਾ, ਦੇਖ ਤੂੰ, ਤੇਰੇ ਉੱਤੇ ਇਹ ਭਾਣਾ ਵਾਪਰ ਜਾਏਗਾ। ਕਿਉਂ? ਕਿਉਂਕਿ ਡਰਤੇ ਕੋ ਡਰਾएंगे ਹਲਵਾ ਪੂੜੀ ਖਾएंगे। ਜਿਹੜਾ ਡਰਿਆ ਹੋਇਆ ਹੈ, ਜਿਹੜਾ ਲਾਲਚੀ ਹੈ, ਉਹ ਬੈਸਟ ਟਾਰਗੇਟ ਹੈ ਇੱਕ ਧਰਮੀ ਆਗੂ ਲਈ। ਮੇਰੇ ਅੰਦਰ ਡਰ ਸੀ,
ਇਸ ਕਰਕੇ ਕੀਤਾ ਕਿ ਕਿਉਂਕਿ ਮੈਂ ਗਲਤ ਰਾਹ ਤੇ ਸੀ, ਇਸ ਕਰਕੇ ਮੈਂ ਵਿਚੋਲੇ ਤੇ ਡਿਪੈਂਡ ਹੋ ਗਿਆ। ਵਿਚੋਲੇ ਤੇ ਡਿਪੈਂਡ ਹੋਇਆ, ਉਸਨੇ ਕੀ ਕੀਤਾ? ਮੈਨੂੰ ਹੋਰ ਲੁੱਟਿਆ। ਹੁਣ ਜਦੋਂ ਹੋਰ ਲੁੱਟਿਆ, ਮੈਨੂੰ ਸਮਝ ਆਣੀ ਸ਼ੁਰੂ ਹੋਈ ਕਿ ਉਸ ਰਾਹ ਤੇ ਚੱਲਦਿਆਂ ਮੈਨੂੰ ਕੋਈ ਚੀਜ਼ ਹਾਸਿਲ ਨਹੀਂ ਹੋ ਸਕਦੀ। ਉਸ ਧਰਮੀ ਆਗੂ ਨੇ ਮੈਨੂੰ ਸੁਲਝਾਣਾ ਸੀ, ਸੁਲਝਾਣਾ ਤੇ ਦੂਰ ਦੀ ਗੱਲ ਹੈ, ਮੈਨੂੰ ਹੋਰ ਉਲਝਾ ਦਿੱਤਾ। ਬਾਬਾ ਕਬੀਰ ਅਗਲੇ ਸ਼ਬਦ ਵਿੱਚ ਸਪਸ਼ਟ ਕਰਦੇ ਪਏ ਨੇ, ਨਾ 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 ਨਾ, ਐਸੇ ਸੰਤ ਨਾ ਮੋਕੋ ਭਾਵੇਂ ਡਾਲਾ ਸਿਉ ਭੇਡਾ ਗਟਕਾਵੇਂ। ਇਹੋ ਜਿਹੇ ਸੰਤ ਮੈਨੂੰ ਚੰਗੇ ਨਹੀਂ ਲੱਗਦੇ ਜੋ ਕਿ ਮੂਲੋਂ ਹੀ ਮੈਨੂੰ ਬਿਲਕੁਲ ਬਰਬਾਦ ਕਰਦੇ ਪਏ ਨੇ, ਮੈਨੂੰ ਕਿਸੇ ਜਗ੍ਹਾ ਨਹੀਂ ਛੱਡਦੇ ਪਏ। ਬਟ ਉਸ ਸ਼ਬਦ ਦਾ ਅਖੀਰ ਦੇਖੋ, ਬਾਬਾ ਕਬੀਰ ਇੱਕ ਚੀਜ਼ ਸਪਸ਼ਟ ਕਰਦੇ ਨੇ, ਕਹੋ ਕਬੀਰ ਜਿਸ ਸਤਗੁਰ ਭੇਟੇ, ਕਹੋ ਕਬੀਰ ਜਿਸ ਸਤਗੁਰ ਭੇਟੇ ਪੁਨਰਪ ਜਨਮ ਨਾ ਆਵੇ। ਗੱਲ ਚੱਲ ਪਈ ਹੈ ਹੁਣ ਸੱਚੇ ਗਿਆਨ ਦੀ। ਸੱਚੇ ਗਿਆਨ ਨੇ ਕੀ ਕਰਨਾ? ਐਗਜ਼ਾਮਪਲ ਵਰਤੀਆਂ ਨੇ। ਜਦੋਂ ਤੇਰੇ ਜੀਵਨ ਵਿੱਚ ਸੱਚਾ ਗਿਆਨ ਆ ਜਾਏਗਾ, ਅਗਵਾਈ ਕਰਨ ਲਈ ਤੈਨੂੰ ਸਹੀ ਮਾਂ-ਬਾਪ ਦੀ ਪਹਿਚਾਨ ਹੋ ਜਾਏਗੀ। ਤੈਨੂੰ ਪਤਾ ਲੱਗ ਜਾਏਗਾ ਕਿ ਤੂੰ ਕਿਉਂ ਕੁਰਾਹੇ ਪਿਆ ਹੋਇਆ ਸੀ ਤੇ ਅਸਲ ਵਿੱਚ ਤੇਰੀ ਅਗਵਾਈ ਕੌਣ ਹੋਏਗਾ। ਹੁਣ ਜਦੋਂ ਸੱਚਾ ਗਿਆਨ ਆਏਗਾ, ਬੰਦੇ ਨੂੰ ਤਸੱਲੀ ਆਣੀ ਸ਼ੁਰੂ ਹੋਏਗੀ ਨਾ। ਬਾਬਾ ਕਬੀਰ ਕਹਿੰਦੇ ਪਏ ਨੇ ਤਸੱਲੀ ਆਣੀ ਸ਼ੁਰੂ ਹੋਈ ਹੈ। ਅੱਜ ਜਰਾ ਅਗਲੇ ਸ਼ਬਦ ਤੇ ਚੱਲ। ਅਗਲਾ ਸ਼ਬਦ ਬਾਬਾ ਕਬੀਰ ਦਾ ਕੀ ਆਇਆ? ਬਾਪ ਦਿਲਾਸਾ ਮੇਰੋ ਕੀਨਾ। ਕਿਉਂਕਿ ਸੱਚਾ ਗਿਆਨ ਆਇਆ ਸੀ। ਹੋਇਆ ਕੀ? ਬਾਪ ਦਿਲਾਸਾ ਮੇਰੋ ਕੀਨਾ, ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ, ਤਿਸ ਬਾਪ ਕੋ ਕਿਉਂ ਮਨੋ ਬਿਸਾਰੀ, ਆਗੇ ਗਿਆ ਨਾ ਬਾਜੀ ਹਾਰੀ। ਰਹਾਉ ਵਿੱਚ ਕੀ ਆਇਆ? ਮੁਈ ਮੇਰੀ ਮਾਈ ਹਾਂ ਖਰਾ ਸੁਖਾਲਾ, ਪੈਰੋਂ ਨਹੀਂ ਦਗਲੀ ਲਗੇ ਨਾ ਪਾਲਾ। ਹੁਣ ਦੇਖੋ, ਸ਼ੁਰੂਆਤ ਹੋਈ ਸੀ ਕਿ ਮੈਂ ਭੈ ਦੇ ਵਿੱਚ ਸੀ। ਭੈ ਦੇ ਵਿੱਚ ਕਿਉਂ ਸੀ? ਆਪਣੀ ਭੈੜੀ ਮੱਤ ਕਰਕੇ। ਇਸ ਕਰਕੇ ਕਿਹਾ ਸੀ ਕਿ ਮੈਂ ਗਲਤ ਰਾਹ ਤੇ ਚੱਲਿਆ ਹੋਇਆ ਸੀ, ਮੈਨੂੰ ਸਹੀ ਰਾਹ ਤੇ ਪਾਓ। ਹੁਣ ਜਦੋਂ ਮੈਂ ਸਹੀ ਰਾਹ ਤੇ ਨਹੀਂ ਪਾ ਕੇ ਵਿਚੋਲੇ ਤੇ ਡਿਪੈਂਡ ਹੋ ਗਿਆ ਸੀ, ਹਾਲਤ ਸੀ ਐਸੇ ਸੰਤ ਨਾ ਮੋਕੋ ਪਾਵੇਂ। ਜਦੋਂ ਇਸ ਤੀਜੇ ਸ਼ਬਦ ਤੱਕ, ਇਸ ਤੀਜੇ ਸਟੈਪ ਤੱਕ ਪਹੁੰਚ ਗਿਆ ਤੇ ਪਤਾ ਲੱਗਿਆ ਜੋ ਮੇਰੇ ਦੁੱਖ ਦਾ ਕਾਰਨ ਸੀ ਮੈਂ ਉਸਨੂੰ ਡਿਸਟਰੋਏ ਕਰ ਦਿੱਤਾ। ਉਹ ਕੀ? ਮੂਈ ਮੇਰੀ ਮਾਈ, ਜਗਦੂ ਮੇਰੀ ਆਪਣੀ ਭੈੜੀ ਮੱਤ, ਜਿਸ ਭੈੜੀ ਮੱਤ ਕਰਕੇ ਮੈਂ ਚੱਜ ਦਾ ਕੰਮ ਨਹੀਂ ਕਰਦਾ ਪਿਆ ਸੀ, ਉਹ ਮਰੀ। ਮੈਂ ਹਾਂ ਖਰਾ ਸੁਖਾਲਾ, ਮੇਰੇ ਜੀਵਨ ਵਿੱਚ ਸੁੱਖ ਆ ਗਿਆ। ਕਿਉਂ? ਜਦੋਂ ਮੇਰੀ ਭੈੜੀ ਮੱਤ ਸੀ ਤਦ ਤੱਕ ਮੈਂ ਚੱਜ ਦਾ ਕੰਮ ਨਹੀਂ ਕਰ ਪਾ ਰਿਹਾ ਸੀ। ਜਦ ਤੱਕ ਮੈਂ ਚੱਜ ਦਾ ਕੰਮ ਨਹੀਂ ਕਰ ਪਾ ਰਿਹਾ ਸੀ, ਇਸ ਕਰਕੇ ਮੇਰੀ ਇੱਜ਼ਤ ਨਹੀਂ ਹੋ ਰਹੀ ਸੀ। ਬਾਬਾ ਕਬੀਰ ਕਹਿੰਦੇ ਪਏ ਨੇ ਉਸ ਭੈੜੀ ਮੱਤ ਦੀ ਗੱਲ ਤੇ ਮੈਂ ਕਰਦਾ ਪਿਆ ਨਕਟੀ ਕੂ ਠਨ ਗਨ ਬਾਡਾ ਡੂ। ਨਕਟੀ ਦਾ ਭਾਵ ਨੱਕ ਕਟਿਆ ਹੋਇਆ। ਉਹ ਨੱਕ ਕਟਿਆ ਹੋਇਆ ਕੌਣ ਹੈ? ਜੋ ਪਹਿਲੇ ਸ਼ਬਦ ਵਿੱਚ ਕੌਣ ਸੀ? ਮੋਈ ਮੇਰੀ ਮਾਈ। ਉਹ ਜੋ ਮੇਰੀ ਭੈੜੀ ਮੱਤ ਸੀ, ਮੈਨੂੰ ਚੱਜ ਦੇ ਕੰਮ ਕਰਨ ਨਹੀਂ ਦੇ ਰਹੀ ਸੀ। ਹੁਣ ਚੱਜ ਦੇ ਕੰਮ ਕਰਨ ਨਹੀਂ ਦੇ ਰਹੀ ਸੀ, ਇਸ ਕਰਕੇ ਮੇਰੀ ਇੱਜ਼ਤ ਨਹੀਂ ਸੀ। ਹੁਣ ਇੱਜ਼ਤ ਨਹੀਂ ਸੀ, ਉਹਦਾ ਕੀ ਮਤਲਬ ਹੁੰਦਾ ਹੈ? ਨਕਟੀ। ਇਸ ਕਰਕੇ ਨਕਟੀ ਦਾ ਭਾਵ ਕੀ ਨਿਕਲਿਆ? ਭੈੜੀ ਮੱਤ। ਇੱਕ ਪਲ ਦੀ ਰੁਕੀਏ ਤਾਂ ਕਿ ਤਸੱਲੀ ਹੋ ਜਾਏ। ਇੰਗਲਿਸ਼ ਦੇ ਵਿੱਚ ਦੋ ਮੈਂ ਕਿਹਾ ਸੀ ਫਰੇਜ਼ਸ ਆਉਂਦੇ ਨੇ। ਇੱਕ ਆਂਦਾ ਹੈ ਕੀਪ ਯੋਰ ਨੋਜ਼ ਕਲੀਨ। ਉਹਦਾ ਭਾਵ ਕੀ ਹੁੰਦਾ ਹੈ? Basically, in simple words, behave yourself and stay out of trouble. Keep your nose clean, मतलब behaving and staying out of trouble. दूजा क्या आंदा है? Keep your nose out. हुन एक पासे keep your nose clean, एक पासे keep your nose out. हुन keep your nose out का मतलब क्या आंदा है? Basically, avoiding being part of a particular situation. ਜਾਂ ਹੋਰ ਸਿੰਪਲ ਵੇ ਨਾਲ ਸਮਝਣਾ ਹੋਏ, ਕਿਸੇ ਹੋਰ ਦੀ ਪ੍ਰੋਬਲਮ, ਕੋਈ ਹੋਰ ਇੱਕ ਸਮੱਸਿਆ ਕ੍ਰੀਏਟ ਕਰਕੇ ਖੜਾ ਹੋਇਆ ਜਿਹਦੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ, ਮੈਂ ਉਹਦੇ ਵਿੱਚ ਇਨਵੋਲਵ ਨਹੀਂ ਹੋਣਾ। ਇਹਨੂੰ ਕਹਿੰਦੇ ਨੇ ਕੀਪ ਯੋਰ ਨੋਜ਼ ਆਊਟ। ਦੋ ਚੀਜ਼ਾਂ ਸੀ, ਕੀਪ ਯੋਰ ਨੋਜ਼ ਕਲੀਨ ਮਤਲਬ ਬਿਹੇਵ ਕਰਨਾ, ਕੀਪ ਯੋਰ ਨੋਜ਼ ਆਊਟ ਕਿਸੇ ਸਿਚੁਏਸ਼ਨ ਤੋਂ ਆਪਣੇ ਆਪ ਤੋਂ ਦੂਰ ਰੱਖਣਾ। ਹੁਣ ਦੋਨੋਂ ਵਿੱਚ ਵਰਡ ਕੀ ਵਰਤਿਆ ਗਿਆ? ਨੋਜ਼। ਨੋਜ਼ ਦਾ ਮਤਲਬ ਨੱਕ। ਹੁਣ ਦੱਸੋ ਦੋਨਾਂ ਦੇ ਵਿੱਚ ਕੋਈ ਨੱਕ ਦੀ ਗੱਲ ਸੀ? ਨਹੀਂ ਨਾ ਜੀ। ਬਸ ਇਸੀ ਢੰਗ ਨਾਲ ਜਦੋਂ ਬਾਬਾ ਕਬੀਰ ਵਰਤਦੇ ਪਏ ਨੇ ਨਾ ਨਕਟੀ, ਆਮ ਦੁਨੀਆ ਦੇ ਵਿੱਚ ਵੀ ਨਾ ਜਦੋਂ ਕਿਸੇ ਨੂੰ ਸਜ਼ਾ ਦੇਣੀ ਹੁੰਦੀ ਸੀ ਪੁਰਾਣੇ ਸਮਿਆਂ ਅੰਦਰ, ਇੱਕ ਟੈਕਨੀਕ ਵਰਤੀ ਜਾਂਦੀ ਸੀ, ਉਹਦਾ ਨੱਕ ਕੱਟ ਦੇਣਾ। ਨੱਕ ਕੱਟਿਆ ਗਿਆ, ਭਾਵ ਹੁਣ ਇਹਦੀ ਇੱਜ਼ਤ ਨਹੀਂ ਰਹੀ। ਬਾਬਾ ਕਬੀਰ ਕੋਲੋਂ ਹੀ ਪੁੱਛੀਏ, ਤੁਸੀਂ ਲਫ਼ਜ਼ ਵਰਤਦੇ ਪਏ ਹੋ ਨਕਟੀ, ਜੋ ਅਸੀਂ ਸਮਝਿਆ ਮੋਈ ਮੇਰੀ ਮਾਈ, ਉਹ ਭੈੜੀ ਮੱਤ ਲਈ ਵਰਤਿਆ ਜਾ ਰਿਹਾ, ਬਟ ਤੁਸੀਂ ਇਹੋ ਜਿਹਾ ਲਫ਼ਜ਼ ਵਰਤਦੇ ਪਏ ਹੋ ਕਿ इतनी भैड़ी मत की इज्जत नहीं रही, नकटी। और नकटी का कारण की है? मेरा जीवन नकटी वाला बनिया क्यों?
बाबा कबीर कहते ने बाहर ना जा, तेन मैं ही दस। बाबा कबीर एक चीज स्पष्ट करते हैं, रे जी निलज, निलज का मतलब लाज ना हो, इन सिंपल वर्ड्स बेशरम। गुरबानी तो बड़ी मिठो बोलड़ी है, प्यार वाली है, पर इतने शब्द क्यों बढ़ते ने, बेशर्मा, निलज। बाबा कबीर समझाओगे जरा, आज क्योंकि टॉपिक चल पे है नकटी, तुसी बेशर्म लफ्ज क्यों वरदे पे हो? बाबा कबीर कहते ने, रे जी निलज, लाज तो है ना है, हे बेशर्मा तेन शर्म नहीं आंदी। रे जी निलज, लाज तो है ना है, हर तज कत काहू कह जाही। तेनू शर्म नहीं आंदी, तू हर दे फलसफे नू, ओ लॉ ऑफ नेचर नू छड़ के, तू पता नहीं किस जगह ते मुंह मारदा पे है, तू हर दे फलसफे नू छड़ के पता नहीं विचोले ते डिपेंड हो गए, तू हर दे फलसफे नू समझ के, तू अपने अंदर दे हर मंदर ए शरीर ना समझ के, तू ओ हर दे फलसफे नू समझ दे बगाए गुर समान तीरथ नहीं कोई समझन दे बजाय तू पता नहीं केड़ी केड़ी जगह दे यात्रावां ते खड़ा होया, तेनू शर्म नहीं आ रही? कल होर क्लियर हो जाए। गुरबानी स्पष्ट कर दी है, हर के नाम बिना सुंदर है नकटी। हरि दे नाम तो बिना हाल केड़े नकटी वाला। हुन नाम की है, लॉ ऑफ नेचर। नाम की है, एको नाम हुक्म है, हुक्म। हुन नाम जदों हुक्म है, मतलब ए निकलिया कि जदों वो रब्बी हुक्म वो लॉ ऑफ नेचर समझन दे बजाय मैं अपनी मन की मत वाला काम करदा पिया, उसनू की कहंदे पे ने, हर के नाम बिना सुंदर है नकटी। हुन अगे होर स्पष्ट हो जाए, गुरु कहंदा पे कोई भुलेखा ना रहे, तू बाहरली कहानियां तक सीमित ना रहे। गुरु साहब कहंदे पे ने, नाम बिना नकटे नर देखो, तिन कस कस नाक वदीजे। हम देखो किन्ने स्पष्ट कर दिता, क्लियर एग्जांपल्स आ गया कि जेड़ा बंदा नाम तू सखना होके जींदा पे है, असल दे विच ओ नकटी। गुरु साहब एक मिनट इत्थे पॉज करिए। नकटी वरते है मुई मेरी माई ली, ओ मत क्यों मरी सी? क्योंकि मैं हुक्म दे विच नहीं सी, मैं नाम तू सखना सी। पर नाम तू सखने जिंदगी होंदी क्यों जी? एक गुरु साहब एक पूरे शब्द विच बयान करते हैं, केवल 2 एग्जांपल समझिए। गुरु साहब कहते हैं, नाम बिना जो पहरे खाए, हुक्म तो बिना जो जिंदगी हंडांदा पे है, जींदा पे है, हालत की है ज्यों कूकर जूठन में पाए। जिवें एक कुत्ता किसी जगह ते मुंह मारदा पे, तेरी हालत वो है। अगली एग्जांपल, नाम बिना जेता व्यवहार, ज्यों मृतक मिथ्या श्रृंगार। जिवें डेड बॉडी का श्रृंगार कीता है, वो वाली हालत। पता की लग गया? एक कुत्ता मैं बनना सी वफादारी वाला, पर दूजा कुत्ता केड़ा सी? लोभ वाला। हुण जदों मेरे जीवन दे विच लोभ आ गया, जदों मैं कम करदा पे हां जेड़े कम्मां दे विच क्रिएटिविटी कोई नहीं, उसारूपन कोई नहीं, जेड़े विच केवल तां केवल डिस्ट्रक्टिव ख्याल ने, ओ वाले ख्याल मैनू हर दे फलसफे नू पुट्ठे लेके जांदे पे ने। उस पुट्ठे फलसफे दे अनुसार जीन नू गुरु साहब अज कबीर साहब समझाते पे ने नकटी। भाव ए निकलिया कि जदों नाम तो बिना, हुक्म तो बिना, एक हुक्म नू समझन दे बजाय मैं अपनी मत मारदा रहांगा, उस अपनी मत दे कारण मेरे मन दे उत्ते मेरी इज्जत नहीं रहनी, उदा भाव है नकटी। हुण नकटी दे आसरे मैं करांगा कि नकटी को ठन गन बाडाडू। हुण इस नकटी दी ट्यून ते ना मैं हमेशा ली डांस करदा पिया। वैसे ना एक बहुत प्यारी एग्जांपल आती है, क्योंकि हुणे असीं समझिया ना कि नाम तो बिना कुकर वाली हालत, पशुओं वाली हालत, मरी हुई बिरती वाली हालत। गुरु साहब स्पष्ट करते पे ने, पता है एक पशु है नाग, ते गुरु साहब एग्जाम्पल बढ़ते पे ने, माया हुई नागनी जगत रही लपटाए। ए जो नकटी वाली ख्याल है मैनू जकड़ के बैठी हुई है ना, बस उसी ढंग नाल माया है। असीं ते पैसे नू माया समझे, प्रॉपर्टी नू माया समझे, ना 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 ना। गुरु साहब कहते पे ने, माया हुई नागनी जगत रही लपटाए, इसकी सेवा जो करे किसी को फिर खाए। जो उस माया दी ट्यून ते चलदा पे, वो आके अखीर विच उसनू ही परेशान कर दिंदी है, उदा ही जीवन बर्बाद कर दिंदी है। पता की लगे? जिंदगी दे विच ना नचना इंपॉर्टेंट सी। क्यों? क्योंकि उसके पीछे रोचक था। क्यों?
ਉਹਦੇ ਪਿੱਛੇ ਮਨੋਰੰਜਨ। ਤੁਸੀਂ ਆਪਣੀ ਖਿੜਕੀ ਤੇ ਖੜੇ ਹੋ, ਸਾਹਮਣੇ 10 15 20 ਬੰਦੇ ਚੱਲ ਕੇ ਕਿੱਥੇ ਜਾ ਰਹੇ ਹੋ, ਕਿ ਤੁਸੀਂ ਉੱਥੇ ਖੜੇ ਲਗਾਤਾਰ ਉਹਨਾਂ ਨੂੰ ਦੇਖਦੇ ਰਹੋਗੇ? ਬਿਲਕੁਲ ਵੀ ਨਹੀਂ, ਕਿਉਂਕਿ ਉਹਦੇ ਪਿੱਛੇ ਕੋਈ ਰੌਚਕਤਾ ਨਹੀਂ, ਕੁਝ ਮਨੋਰੰਜਨ ਨਹੀਂ। ਪਰ ਉਸੇ ਜਗ੍ਹਾ ਤੇ ਅਗਰ 10 ਬੰਦੇ ਭੰਗੜੇ ਪਾ ਰਹੇ ਹੋਣ, ਤੁਸੀਂ ਅੱਧਾ ਘੰਟਾ ਉੱਥੇ ਖੜੇ ਹੋ ਕੇ ਦੇਖਦੇ ਰਹੋਗੇ। ਕਿਉਂ? ਕਿਉਂਕਿ ਰੌਚਕਤਾ ਹੈ, ਮਨੋਰੰਜਨ ਹੈ। ਪਰ ਜਦੋਂ ਬੰਦਾ ਨੱਚਦਾ ਵੀ ਹੈ ਨਾ, ਨੱਚਦਾ ਹੈ ਟਿਊਨ ਤੇ। ਇਸੇ ਕਰਕੇ ਬੰਦੇ ਨੇ ਜਦੋਂ ਇਹ ਸੋਚਿਆ ਕਿ ਚੱਲਣ ਦੇ ਵਿੱਚ ਰੌਚਕਤਾ ਨਹੀਂ ਹੈ, ਪਰ ਚੱਲਣਾ ਜ਼ਰੂਰੀ ਹੈ ਸਿਹਤ ਲਈ, ਤੇ ਕੀ ਕੀਤਾ ਜਾਏ? ਕਿਉਂਕਿ ਉਹ ਚੱਲਣਾ ਬੰਦੇ ਨੂੰ ਐਕਸਾਈਟ ਨਹੀਂ ਕਰਦਾ ਪਿਆ ਸੀ। ਬੰਦੇ ਨੇ ਕਿਹਾ ਚਲੋ ਆਓ ਕਾਰਡੀਓ ਸ਼ੁਰੂ ਕਰੀਏ, ਪਰ ਉਸ ਕਾਰਡੀਓ ਦੇ ਪਿੱਛੇ ਨਾਲ ਵੀ ਨਾ ਮਿਊਜ਼ਿਕ ਵੱਜਦਾ ਰਿਹਾ। ਜ਼ੁੰਬਾ ਕਰਨਾ ਨਾਲ ਮਿਊਜ਼ਿਕ ਵੱਜਦਾ ਰਿਹਾ। ਕਿਉਂ? ਤੂੰ ਜੋ ਐਕਸਰਸਾਈਜ਼ ਵੀ ਕਰੇਗਾ ਉਹ ਮਿਊਜ਼ਿਕ ਦੇ ਆਧਾਰ ਤੇ ਕਰੀ, ਉਸ ਰਿਦਮ ਦੇ ਆਧਾਰ ਤੇ ਕਰੀ, ਤਾਂ ਕਿ ਮਨੋਰੰਜਨ ਰਹੇ, ਰੌਚਕਤਾ ਰਹੇ। ਜਦੋਂ ਮਾਇਆ ਹੋਈ ਨਾਗਨੀਆ ਇਸ ਨਕਟੀ ਮਤ ਦੇ ਟਿਊਨ ਦੇ ਆਸਰੇ ਮੈਂ ਨੱਚਦਾ ਪਿਆ ਸੀ। ਹੁਣ ਦੇਖੋ, ਜਿਹੋ ਜਿਹਾ ਰਿਦਮ ਇਹੋ ਜਿਹੇ ਸਟੈਪਸ। ਹੁਣ ਰਿਦਮ ਕਿਹੜਾ ਸੀ? ਰਿਦਮ ਸੀ ਮਾਇਆ ਦਾ, ਰਿਦਮ ਸੀ ਉਹ ਨਕਟੀ ਮਤ ਦਾ। ਹੁਣ ਇਹੋ ਜਿਹੇ ਸਟੈਪਸ ਹੋਣਗੇ, ਮੈਂ ਇਹੋ ਜਿਹੇ ਕੰਮ ਕਰਾਂਗਾ। ਜਦੋਂ ਉਹ ਸਟੈਪ ਮੈਨੂੰ ਕਹੇਗਾ कि यार क्या फर्क पड़ता है, रूल्स तोड़ो, मेरे जीवन में कुछ फर्क नहीं पड़ा, बाकी दुनिया जाए ठट्ठे खूह में, हुण वो रिदम बजाएगी, मैं वो काम करांगा कि नहीं? यही नहीं वापरदा पिया अजकल। पर गुरु साहब कहंदे पे ने एक चीज चेता रखी, इस करके ना नचना, ए वाला नचना ना छड्ड दे। बाबा कबीर ही कहंदे पे ने ना, पता की कहंदे पे ने, अब मोहे नाचनो ना आवे। क्यों? क्योंकि मेरा मन मंदरिया ना बजावे। हुण मेरा मन जो है ट्यून देंदा पिया सी, जो है ट्यून सुनांदा पिया सी ना, उस ट्यून दे उत्ते मैं नचना छड्ड दिता। हुण इस करके जदों मैं उस रिदम नूं ही सुनदा नहीं पिया, दसो कि मैं उस आसरे काम करांगा? बिल्कुल नहीं। बस बाबा कबीर अज दे शब्द विच भी ना एक जर्नी ऑफ ट्रांसफॉर्मेशन दसदे पए ने। वो जर्नी ऑफ ट्रांसफॉर्मेशन की है? जो मेरी मत नकटी सी, नकटी को ठनगन बाडा डू, ओ मेरा कमली हुई मत दा जेड़ा बाडा दा भाव वाजा, ओ रिदम, ओ ट्यून आंदी पई सी, उस आसरे मैं अज तक नचदा रहा। पर कबीर साहब कहंदे पे ने, कबूल लिया ना, इसी करके तू सुखी नहीं सी। पर आओ एक ट्रांसफॉर्मेशन जर्नी ते लेके जाइए। उस रहाव दे विच कहंदे पे ने, किन्हे विवेकी काटी तू, ओ वाली जेड़ा इन्फ्लुएंस है उस नकटी मत दे ट्यून दे अनुसार नचन दा, विवेक दे नाल उसदा इन्फ्लुएंस तो बचिया जा सकता है। क्यों बचना है? क्योंकि नसी समझिया सी ना, नचना छड़ना नहीं है। क्यों नहीं छड़ना? नचना एक एक्सरसाइज है। क्यों नहीं छड़ना? नचना जिंदा होने की निशानी है। क्यों नहीं छड़ना? क्योंकि नचन के पीछे मनोरंजन है। क्यों नहीं छड़ना? क्योंकि नचना रोचकता है। पर देख लें कि केड़े ट्यून ते तू रचदा पे। एक पासे ट्यून वजदी पई सी मेरे मन दी, बाबा कबीर ने कहता अब मुझे नाचनो ना आवे, मैं नचना छड़ दे। क्यों? क्योंकि मेरा मन मंदरिया ना बजावे। हुण मेरे मन ने वो ट्यून बजानी छड़ दित्ती है, पर मैं नचना छड़ना नहीं है। हुण मैं किहड़ी ट्यून ते नचदा पिया? बाबा गुरबानी स्पष्ट कर दी है, नाच रे मन गुर के आगे। हुण भी ट्यून वजेगी, रिदम वजेगा, उस अनुसार मैं काम करांगा। पर हाँ, एक चीज बिल्कुल स्पष्ट है, हुण मैं जेड़े काम करांगा ना, वो मेरे मन मंदरिया ना बजावे वाले आसरे ते नहीं खड़े। वो किसते खड़े होंगे? नाच रे मन गुर के आगे। पर होना किवें? किने विवेकी काटी तू, उहदे लई एक चीज दी लोड़ है, विवेक। बाबा कबीर तो स्पष्ट करदे, पता अगर मेरे को पूछो ना, बाबा कबीर कहंदे पे ने, मेरा गुरु पता है कौन है? कहो कबीर, मैं 100 गुर पाया, जाका नाओ विवेको। मेरा तो गुरु ही विवेक है। मेरा वो ज्ञान मैनू समझांदा पिया कि मेरे जीवन दे विच की ठीक है ते की गलत, की सच ते की झूठ। पर एक चीज चेता रखियो, साडे वर्गे बंदे ना इस जगह ते खड़े हो जांदे ने। मैनू पता लग गया ए सही ते ए गलत। पर जे असी कोई सालां दे कोई काम करदे पए आ, पीढ़ी दर पीढ़ी वो अज्ञानता वाले काम करदे पए आ, साडे विचों किन्ने ने कि उस चीज नू इग्नोर कर दिता, हुण छड्ड दिता, हुण उहदे नाल साडा नाता नहीं रह गया। जे विवेक बुद्ध सतगुर ते पाइल आ गई है, समझ आ गया कि ए ठीक ते ए गलत, फिर भी असी अगर उस जगह ते ही खड़े आ, उस चीज नू छड्डण लई तैयार नहीं, फिर दसो भला उस विवेक दा साडे जीवन च असर हो पाया?
मैं एक कहानी बहुत बारी सुनाई है, एक बार रिपीट करा 2 मिनटां विच, क्योंकि कुदरती उस विवेक दे नाल, इस टॉपिक दे नाल ते उस विवेक दे नाल रिलेट करदी है। एक बंदा सी, और रोज एक जगह तो निकले, उस जगह ते एक बंदा, एक भिखारी भीख मंगदा। हुण ਉਹ ਬੰਦਾ ਰੋਜ਼ ਉਹਨੂੰ ਦੇਖਦਾ ਜਾਂਦਾ ਪਿਆ, ਬੰਦਾ ਇਸ ਜਗ੍ਹਾ ਤੇ ਬੈਠਾ ਪਿਆ, ਕੋਈ ਆਂਦਾ ਉਹਦੇ ਉੱਤੇ 1 ਰੁਪਿਆ ਉਹਨੂੰ 2 ਰੁਪਏ ਦੇ ਜਾਂਦਾ। ਉਸ ਬੰਦੇ ਦੇ ਦਿਲ ਵਿੱਚ ਇੱਕ ਦਿਨ ਤਰਸ ਆਇਆ, ਉਹ ਸੋਚਦਾ ਯਾਰ ਇਹ ਪੂਰੀ ਉਮਰ ਇਹਦੀ ਲੰਘ ਗਈ ਇਸ ਤਰ੍ਹਾਂ ਹੀ ਭੀਖ ਮੰਗਦਿਆਂ ਹੋਇਆ, ਇਹਦੀ ਜ਼ਿੰਦਗੀ ਇਸ ਤਰ੍ਹਾਂ ਹੀ ਲੰਘ ਜਾਂਦੀ, ਆਓ ਮੈਂ ਇਹਦੀ ਜ਼ਿੰਦਗੀ ਬਦਲਦਾ। ਉਸ ਭਿਖਾਰੀ ਨੂੰ ਆਪਣੇ ਘਰ ਲੈ ਗਿਆ, ਘਰ ਲੈ ਗਿਆ, ਉਹਨੂੰ ਕਿਹਾ ਜਾ ਕੇ ਤੂੰ ਨਹਾ। ਉਹ ਨਹਾਇਆ, ਉਹਨੂੰ ਚੰਗੇ ਕੱਪੜੇ ਦਿੱਤੇ, ਉਹਨੂੰ ਪੈਸੇ ਦਿੱਤੇ, ਉਹਨੂੰ ਕਿਹਾ ਕਿ ਭਲਿਆ ਪੁਰਖਾ ਅੱਜ ਤੂੰ ਨਾ, ਤੇਰੀ ਪੁਰਾਣੀ ਜ਼ਿੰਦਗੀ ਖਤਮ, ਤੂੰ ਬੜੀ ਭੀਖ ਮੰਗ ਲਈ, ਬੜਾ ਮੰਗਤਾ ਰਿਹਾ, ਐਲੇ ਪੈਸੇ ਤੂੰ ਆਪਣਾ ਇੱਕ ਕਾਰੋਬਾਰ ਸ਼ੁਰੂ ਕਰ, ਤੂੰ ਆਪਣੇ ਪੈਰਾਂ ਤੇ ਖੜਾ ਰਹਿ, ਤੈਨੂੰ ਅੱਜ ਤੋਂ ਬਾਅਦ ਭੀਖ ਮੰਗਣ ਦੀ ਲੋੜ ਨਹੀਂ। ਉਸ ਭਿਖਾਰੀ ਨੇ ਉਹਦਾ ਧੰਨਵਾਦ ਕੀਤਾ, ਉਹਦੇ ਅੱਖਾਂ ਵੀ ਬੜੀਆਂ ਗਿੱਲੀਆਂ ਹੋਈਆਂ, ਉਹ ਪੈਸੇ ਚੁੱਕੇ ਉਧਰੋਂ ਚਲਦਾ ਬਣਿਆ। ਪਰ ਚਲਦੇ ਚਲਦੇ ਨਾ ਉਸਨੇ ਆਪਣਾ ਇੱਕ ਜਿਹੜਾ ਇੱਕ ਕਟੋਰਾ ਜਿਹਾ ਸੀ ਜਿਸ ਦੇ ਉੱਤੇ ਉਹ ਭੀਖ ਮੰਗਦਾ ਸੀ, ਜਿਹਦੇ ਵਿੱਚ ਉਹ ਭੀਖ ਮੰਗਦਾ ਸੀ, ਉਹ ਵੀ ਚੁੱਕਿਆ ਤੇ ਉਸਨੇ ਆਪਣੇ ਫੱਟੇ ਹੋਏ ਕੱਪੜੇ ਵੀ ਚੁੱਕੇ। ਉਹ ਜਾਣ ਲੱਗਿਆ, ਜਿਸਨੇ ਉਸਨੂੰ ਇਹ ਦਿੱਤਾ ਉਹਨਾਂ ਨੂੰ ਰੋਕਿਆ, ਕਹਿੰਦੇ ਕੀ ਹੋਇਆ ਤੈਨੂੰ, ਤੈਨੂੰ ਮੈਨੇ ਨਵੇਂ ਕੱਪੜੇ ਦਿੱਤੇ, ਤੈਨੂੰ ਪੈਸੇ ਦਿੱਤੇ, ਇਹ ਪੁਰਾਣੇ ਕੱਪੜੇ ਛੱਡ, ਇਹ ਕਟੋਰਾ ਸੁੱਟ। ਉਹ ਕਹਿੰਦੇ ਹਾਂ ਮੈਂ ਤੁਹਾਡੇ ਘਰ ਵਿੱਚ ਕੀ ਸੁੱਟਾਂ, ਮੈਂ ਬਾਹਰ ਜਾਵਾਂਗਾ ਉੱਥੇ ਸੁੱਟਦਾ। ਉਹਨੂੰ ਪੈਸੇ ਦੇਣ ਵਾਲੇ ਨੂੰ ਤਸੱਲੀ ਨਹੀਂ, ਉਹਨੇ ਕਿਹਾ ਚਲੋ ਪਰ ਫਿਰ ਵੀ ਕੋਈ ਗੱਲ ਨਹੀਂ ਤੂੰ ਜਾ। ਜਿਹਨੇ ਉਹਨੂੰ ਇੰਨਾ ਪੈਸੇ ਦਿੱਤੇ, ਕੱਪੜੇ ਦਿੱਤੇ, ਉਹਦੀਆਂ ਅੱਖਾਂ ਉਸ ਭਿਖਾਰੀ ਨੂੰ ਫੋਲੋ ਕਰਦੀਆਂ। ਉਸ ਭਿਖਾਰੀ ਨੇ ਨਾ ਆਪਣਾ ਉਹ ਕਟੋਰਾ ਸੁੱਟਿਆ, ਨਾ ਉਹ ਫਟੇ ਪੁਰਾਣੇ ਕੱਪੜੇ ਸੁੱਟੇ। ਕਿਉਂ? ਨਵੀਂ ਚੀਜ਼ ਆ ਤੇ ਗਈ, ਪਰ ਜਿਸ ਚੀਜ਼ ਨਾਲ ਸਾਲਾਂ ਤੱਕ ਆਪਣੀ ਜ਼ਿੰਦਗੀ ਗੁਜ਼ਾਰਦਾ ਰਿਹਾ ਨਾ, ਉਸ ਚੀਜ਼ ਨੂੰ ਉਹਦਾ ਮਨ ਛੱਡਣ ਨੂੰ ਤਿਆਰ ਨਹੀਂ। ਕਿਧਰ ਹਾਲਤ ਸਾਡੀ ਤੇ ਨਹੀਂ, ਉਹ ਭਿਖਾਰੀ ਵਾਲੀ ਗੱਲ ਮੇਰੀ ਤੁਹਾਡੀ ਤੇ ਗੱਲ ਤੇ ਨਹੀਂ। ਗੁਰ ਕੇ ਸ਼ਬਦ ਬਣਾਵੋ, ਇਹ ਮਨ ਗੁਰੂ ਸਾਨੂੰ ਇੱਕ ਨਵਾਂ ਜੀਵਨ ਬਸਦਾ ਪਿਆ, ਜੋ ਅਸੀਂ ਅੱਜ ਤੱਕ ਭਿਖਾਰੀ ਵਾਂਗ ਜ਼ਿੰਦਗੀ ਜੀਂਦੇ ਰਹੇ, ਦੂਜਿਆਂ ਤੇ ਡਿਪੈਂਡ ਰਹੇ। ਗੁਰੂ ਸਾਨੂੰ ਇੱਕ ਨਵੀਂ ਜ਼ਿੰਦਗੀ ਜੀਂਦਾ ਪਿਆ, ਉਹ ਸਾਚਾ ਧਨ ਬਖਸ਼ਦਾ ਪਿਆ, ਉਸ ਕੱਚੇ ਧਨ ਤੋਂ ਬਚਾਉਂਦਾ ਪਿਆ। ਉਹ ਸਮਝ ਕੇ ਵੀ ਜੇ ਅਸੀਂ ਸਦੀਆਂ ਤੋਂ, ਪੀੜ੍ਹੀਆਂ ਤੋਂ ਚਲਦੀਆਂ ਆਈਆਂ ਗੱਲਾਂ ਨੂੰ ਛੱਡਣ ਲਈ ਤਿਆਰ ਨਹੀਂ, ਉਹ ਫਟੇ ਪੁਰਾਣੇ ਕੱਪੜੇ ਤੇ ਉਹ ਕਟੋਰਾ ਲੈ ਕੇ ਅਸੀਂ ਭੀਖ ਮੰਗਣ ਤੇ ਖੜੇ ਹੋਇਆ, ਕਿਧਰ ਨਾ ਕਿਧਰ ਉਸ ਵਿਵੇਕ ਦਾ ਸਾਡੇ ਜੀਵਨ ਤੇ ਅਸਰ ਨਾ ਆਇਆ। ਫਿਰ ਵਿਵੇਕ ਬਹੁਤ ਸਤਿਗੁਰ ਤੇ ਪਾਈ ਨਹੀਂ ਹੈ। ਵਿਵੇਕ ਦਾ ਭਾਵ ਕੇਵਲ ਇਹ ਨਹੀਂ ਹੈ ਸੱਚ ਦੇ ਝੂਠ ਦੀ ਪਰਖ, ਵਿਵੇਕ ਦਾ ਭਾਵ ਸਿਰਫ ਇਹ ਨਹੀਂ ਹੈ ਪਾਪ ਪੁੰਨ ਦੀ ਪਰਖ, ਵਿਵੇਕ ਦਾ ਭਾਵ ਸਿਰਫ ਇਹ ਨਹੀਂ ਕਿ ਪਤਾ ਲੱਗ ਜਾਣਾ ਕੀ ਠੀਕ ਹੈ ਕੀ ਗਲਤ। ਵਿਵੇਕ ਦਾ ਭਾਵ ਹੈ ਕਿ ਜਦੋਂ ਪਤਾ ਲੱਗ ਜਾਏ ਕੀ ਠੀਕ ਹੈ ਕੀ ਗਲਤ, ਕੀ ਸੱਚ ਹੈ ਕੀ ਝੂਠ, ਫਿਰ ਜਿਹੜੀ ਚੀਜ਼ ਝੂਠ ਸੀ, ਜਿਹੜੀ ਚੀਜ਼ ਗਲਤ ਸੀ, ਹੁਣ ਉਸਦਾ ਖਹਿਰਾ ਛੱਡ ਦੇ। ਜਦੋਂ ਛੱਡਣ ਲਈ ਤਿਆਰ ਹੋ ਗਏ ਨਾ, ਬਾਬਾ ਕਬੀਰ ਅੱਜ ਗਾਰੰਟੀ ਦਿੰਦੇ ਪਏ ਨੇ, ਨਕਟੀ ਕੂ ਠਨਗਨ ਬਾਡਾ ਡੂ, ਉਹ ਭੈੜੀ ਮਤ ਜੋ ਟਿਊਨ ਰਿਦਮ ਵਜਾਂਦੀ ਪਈ ਸੀ, ਜਿਸ ਆਸਰੇ ਮੈਂ ਨੱਚਦਾ ਪਿਆ ਸੀ, ਵਿਵੇਕ ਦੇ ਨਾਲ, ਸਮਝ ਦੇ ਨਾਲ, ਮਿਹਨਤ ਦੇ ਨਾਲ, ਡਿਸਿਪਲਿਨ ਦੇ ਨਾਲ ਉਹਦਾ ਅਸਰ ਤੋੜਿਆ ਜਾ ਸਕਦਾ ਹੈ। ਬਲਕਿ ਬਾਬਾ ਕਬੀਰ ਕਹਿੰਦੇ ਪਏ ਨੇ ਤੂੰ ਉਸਨੂੰ ਤੋੜ ਸਕਦਾ ਤੇ ਤੋੜ, ਨਹੀਂ ਤੋੜਿਆ ਤੇ ਪਤਾ ਪ੍ਰੋਬਲਮ ਕੀ ਹੋਣੀ ਹੈ। ਬਾਬਾ ਕਬੀਰ ਪਹਿਲੇ ਸ਼ਬਦ, ਇਸ ਸ਼ਬਦ ਦੇ ਪਹਿਲੇ ਬੰਦ ਵਿੱਚ ਸਮਝਾਉਂਦੇ ਨੇ, ਇਕਤ ਪੱਤਰ ਪਰ ਉਰ ਕਟ ਕੁਰ ਕਟ, ਜੋ ਪ੍ਰਚਲਿਤ ਅਰਥ ਨੇ, ਅਸੀਂ ਉਸ ਪਰਥਾਏ ਜਾਣਾ ਹੀ ਨਹੀਂ। ਟੌਪਿਕ ਸਮਝ ਆ ਗਿਆ? ਟੌਪਿਕ ਇਹ ਹੈ ਨਕਟੀ ਦਾ ਭਾਵ ਨਿਲਜ, ਨਕਟੀ ਦਾ ਭਾਵ ਇੱਜ਼ਤ ਨਾ ਹੋਣਾ। ਉਹ ਇੱਜ਼ਤ ਕਿਉਂ ਨਹੀਂ ਹੈ? ਕਿਉਂਕਿ ਮੁਈ ਮੇਰੀ ਮਾਈ, ਮੇਰੀ ਭੈੜੀ ਮੱਤ ਦੇ ਕਾਰਨ, ਭੈੜੀ ਮੱਤ ਜੋ ਰਿਦਮ ਵਜਾ ਰਹੀ ਸੀ ਉਸ ਅਨੁਸਾਰ ਮੈਂ ਨੱਚਦਾ ਪਿਆ ਸੀ, ਕੰਮ ਕਰਦਾ ਪਿਆ ਸੀ, ਪਰ ਸਮਝ ਦੇ ਨਾਲ ਉਸ ਤੋਂ ਬਚ ਸਕਦਾ। ਹੁਣ ਟੌਪਿਕ ਹੈ, ਹੁਣ ਪੂਰਾ ਸ਼ਬਦ ਬਸ ਇਸੀ ਲਾਈਨ ਤੇ ਜਾਣਾ ਹੈ, ਇਕਤ ਪੱਤਰ ਪਰ ਉਰਕਟ ਕੁਰਕਟ। ਗੁਰਬਾਣੀ ਸਪਸ਼ਟ ਕਰਦੀ ਹੈ ਨਾ, ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਅਤ ਮਲੀਨ ਤੋਤਾ ਹੱਛਾ ਨਾ ਹੋਈ ਸੀ। ਭਾਂਡਾ ਕੀ ਹੈ? ਮੇਰਾ ਮਨ। ਇਧਰ ਇਕਤ ਪੱਤਰ ਦਾ ਭਾਵ ਕੀ ਹੈ? ਇੱਕ ਭਾਂਡੇ ਦੇ ਵਿੱਚ। ਹੁਣ ਮੇਰੇ ਮਨ ਰੂਪੀ ਭਾਂਡੇ ਦੇ ਵਿੱਚ ਇਕਤ ਪੱਤਰ ਪਰ ਕੀ ਹੈ? ਉਰਕਟ ਕੁਰਕਟ, ਬਿਲਕੁਲ ਫਾਲਤੂ ਜੇ ਡੈਡ ਖਿਆਲ, ਡਿਸਟਰਕਟਿਵ ਖਿਆਲ ਨੇ। ਉਹ ਖਿਆਲ ਨੇ ਜਿਹੜੇ ਖਿਆਲ ਮੁਰਦਾਰ ਦੇ ਭਾਵ, ਮੁਰਦਾਰ ਜਿਹੜੀ ਚੀਜ਼ ਮਰ ਚੁੱਕੀ ਹੈ, ਜਿਹੜੀ ਚੀਜ਼ ਖਤਮ ਹੋ ਚੁੱਕੀ ਹੈ, ਜਿਹੜੀ ਚੀਜ਼ ਡਿਸਟਰੋਏ ਹੋ ਚੁੱਕੀ ਹੈ। ਮੇਰੇ ਜੀਵਨ ਦੇ ਵਿੱਚ ਉਹ ਵਾਲੇ ਖਿਆਲ ਉੱਠਦੇ ਪਏ ਨੇ ਜਿਸ ਨੂੰ ਗੁਰਬਾਣੀ ਸਪਸ਼ਟ ਕਰਦੀ ਹੈ, ਇਹ ਜਗਤ ਮਮਤਾ ਮੂਆ
जीवन की बिदनाएं, ममता दे विच ममता मुआ हो चुके, डेड हो चुके। मेरी जिंदगी दे विच एक भांडा एक पासे विच की है उरकट कुरकट, और डिस्ट्रक्टिव ख्याल और डेड ख्याल जिन्हां दे अंदर कोई कंस्ट्रक्टिव चीज नहीं। पर दूजा पासे की है इकत पत्थर भर पानी, एक पासे डिस्ट्रक्टिव ख्याल ते दूजे पासे तृष्णा दा पानी। गुरबाणी ने तां ही तां स्पष्ट कीता, तृष्णा बिरले ही की बूझी है, कोट जोड़े लाख करोड़े मन ना हो रे, परे परे ही को लूजी है। हुण तृष्णा बिरले ही की बूझी है। जिस बंदे ने अपनी तृष्णा नु कंट्रोल कर लिया वो विरला बन गया। जिस बंदे ने तृष्णा नु कंट्रोल कर लिया वो महत्वपूर्ण बन गया। हुण इत्थे यही चीज स्पष्ट करदे पए ने कि एक भांडे दे विच की सी डेड ख्याल, एक भांडे दे विच की सी तृष्णा दा पानी। प्रॉब्लम इत्थे ही नहीं सी, प्रॉब्लम होर की सी, इकत पत्थर पर उरकट कुरकट। भांडे दे विच डेड ख्याल, इकत पत्थर भर पानी, भांडे दे विच की तृष्णा दा पानी। आस पास ते दे नाल नाल होर की सी, पंच जोगिया बैठे, ओ पंज ओ काम क्रोध लोभ मोह अहंकार भी जुड़ के बैठे हुए ने। पढ़दा है, डिटेल विच नहीं जावांगे क्योंकि ਅਸੀਂ कर चुके हैं। मृग, मीन, प्रिंग, पतंग, कुंचर, की समझिया सी? इन्हां सारियां दे विच एक एक ऐब सी। मृग दे विच एक ऐब, मीन दे विच एक ऐब, मृग मीन प्रिंग पतंग कुंचर एक दोख विनाश, सारियां दा एक एक दोख उन्हां दे विनाश दा, उन्हां दी मौत दा कारण बनिया सी। पर अगे की समझाया सी, पंच दोख असाध जामै ताकि के तक आस। ओ भलिया पुरखा तू ओ पंजे ऐप अपने जीवन विच लैके बैठा है, दस तेरे बचन दी केड़ी आस? पर क्यों वापरिया सी? क्योंकि भगत जी ने समझाया सी, माधो अब विद्या हितकीन विवेक दीप मलीन, क्योंकि जीवन दे विच अज्ञानता सी। हुण इत्थे यही कहंदे पए ने आस पास, बस इहदे आस पास वो पंज जोगिया बैठे है, पंजे जुड़ के बैठे हुए ने। पता है इन्हां दे विच कौन है? बीच नकट दे रानी, ओ मेरी नकती मत, ओ रानी मत जिहदी नक कट्टी हुई है, जो रहाव दे विच नकटी है, जिहदे कोल सूझ नहीं, जिहदे कोल अक्ल नहीं है, ते जिहदे नाल ओदा पति भी नहीं है, पति प्रभु होंदा ते फिर जदों बदल गरजदे ते तकलीफ डर नहीं होनी सी। पर क्योंकि नाल पति प्रभु भी नहीं सी ते होया कि जदों दहदश छतर मेघ घटाघट दी अवस्था होंदी है, फिर होंदा की है? मैनूं डर लगदा पिया। क्यों कहती हो? क्योंकि वो फिर प्रभु मेरे नाल ने। पहला बंदा मतलब की निकलिया? पहला बंद निकलिया कि जदों मेरी हालत नकटी वाली सी, जदों मेरी हालत उस पति प्रभु नाल नहीं सी, जदों मेरी हालत दहदश छत्र मेघ घटाघट दामन चमक डरायो सेज अकेली नींद नो नैनो, फिर परदेस दायो हुण फिर मेरे नाल नहीं है, इस करके वो नकटी रानी दी हालत है। ते पहले बंदा मतलब की निकलिया, एक भांडे दे विच की सी? डेड ख्याल, इकत पत्थर भर उरकट कुरकट। इकत पत्थर भर पानी, एक भांडे दे विच की सी? तृष्णा दा पानी। ते आस पास वो पंजे भी जुड़ के जोगिया बैठे, ते इदां दे नाल इन्हां सारियां दे विच कौन है? बीच नकट दे रानी, इन्हां दे विच ओ मेरी रानी मत जिहदा पति प्रभु भी उहदे नाल नहीं है, वो बैठी हुई है। हुण दसो, हुण जदों बचन दा कोई राह ना होए ते इज्जत किवें रहेगी? इज्जत ने ते लुट्टी जाना ही जाना है। इस करके उस रानी दे नाल लफ्ज की वरतिया? बीच नकट दे रानी। हुण जदों ओ रानी मेरी मत मैनूं हुण जदों तृष्णा नाल घिरी पई है, डिस्ट्रक्टिव ख्यालात नाल घिरी हुई है, ओ पंज जोगियां नाल घिरी हुई है, उस नकटी ने की करना है? नकटी को ठनगन बाडा डू, उन्हें जो ट्यून बजानी है उस अनुसार मैं नचना ही नचना है। पर पता है हुण होया कि है उस नकटी ने, क्योंकि उसके उत्ते अगर एक्शन नहीं लिता गया, देखो कितनी पावरफुल हो रही है। बाबा कबीर दूजे बंदे समझाते ने उहदे पावर बारे। बाबा कबीर कहते पे ने, सगल माहे नकटी का वासा। वो जो पैड़ी मत सी ना, हुण देख पता की करती पई है? हुण ओ मेरे एक एक इंद्रिय ज्ञान इंद्रिय ते जाके असर करती पई है। सगल माहे नकटी का वासा, ओ पैड़ी मत हर इंद्रिय ते आके अटैक कर दी पई है। पता की कर दी है? सगल मार, मेरी कदियां अखां नूं मार दी है मेर तेर नाल, कदी जुबान नूं मार दी है झूठ बोलन दी आदत नाल, कदी कन नूं मार दी है निंदा सुनन दे ख्याल नाल। सगल मार ओ हेरी, ओ माया ओ पैड़ी मत तकदी है कि देख तू ते अपने आप नूं धरती दा सरदार अखवांदा सी, तू ते कहंदा पिया सी ए चीज मनन वाला मन, तू जोत स्वरूप है अपना मूल पछान। पर क्योंकि तू मूल नूं नहीं पछानिया,
तेरी हालत पता की होगी है। ओ नकटी मत ने की कीता, उस नकटी मत ने सगल माहे नकटी का वासा। ओ नकटी मत मेरे एक एक इंद्रिय ज्ञान इंद्रिय ते आके बैठ गई है, सगल मार एक एक इंद्रिय ज्ञान इंद्रिय नु आत्मक मौत मार के ओ देखदी पई है। पता की देखदी पई है, तेरी हालत ते मैं किवें ना हस्सां, पता तू की कीता, सगलियां की हों बहन भांजी। साडी सभ्यता विच ना खास करके छोटियां भैनां नूं, छोटियां बच्चियां नूं, भांजियां नूं बड़ा फुसलाया जाता है, प्यार किया जाता है, लाड लडाया जाता है। उन्हां दी ना एक एक गल मन्नी जाती है, वो जो कहणगे उन्हां दी वो मंग पूरी की जाती है। क्यों? क्योंकि लडाया जाता है, प्यार किया जाता है इस वे नाल। हुण जदों वो नकटी मत मेरी आ गई सी, सूझबूझ नहीं रही सी, मैं पता की कीता सी, वो मेरे कोलों जेड़े जेड़े काम करवांदी पई सी ना, मैं उसनूं किवें ट्रीट कीता, सगलिया की हों बहन भांजी। मैं उन्होंने भैन भांजी वांग ट्रीट किया, इन्ना लडाया कि तुसी जो चीज मेरे कोलों कराओगे मैं तुहानू रोकांगा ही नहीं। क्यों नहीं रोकांगा? क्योंकि मेरी हालत बाबा फरीद ने डिस्क्राइब करती सी ना, फरीदा जो तै मारन मुक्किया तिना ना मारे घुम। ए जिहड़ी नकटी मत सी, ए जो पंज जोगिया बैठे वाले हालत सी, ए तेनू रोज मुक्के मारदे सी, तिना ना मारे घुम। अजीब बंदा है, उधर एक आश्चर्य वाली गल है, क्वेश्चन है, तिना ना मारे को, यू डोंट इवन फाइट बैक, सगों तू करदा की है, आपन रे कर जाइए पैर तिना दे चुम, यू वॉक ऑन देयर फुटस्टेप्स। तो जो काम तेरे कोलों करांदे पए ने तो उन्हां दे नक्शे कदम ते चलदा पिया। बाबा फरीद बाबा कबीर इत्थे यही कहंदे पए ने, सगलियां की हों बहन भांजी। मैं ओ नकटी मत दे अनुसार उन्हां दे नक्शे कदम ते इवें चलदा रहा कि जिवें ओ बहन भांजी ने। पर एक चीज कहंदे पए ने कि किने विवेकी काटी तू, जिसने विवेक नाल, जिसनू क्या किन्हे विवेकी, जो ओ किन्हे विवेकी सी ओ इस बंद विच जिन्हे बरी, जिसने इन्हां नू वरतना सिख लिया, तिस चेरी ओ चीजां जिन्हां नू मैं भैन भांजी मना के उन्हां नू उन्हां दे अधीन नचदा पिया सी, हुण ओ सारियां चीजां हुण मेरियां चेलियां मेरे कंट्रोल विच आ गए। भाव हुण कॉन्फिडेंस रहेगा, वो ईगो नहीं बनेगी, आत्मविश्वास रहेगा, अहंकार नहीं बनेगा। हुण ओ काम क्रोध लोभ मोह अहंकार रहेंगे, पर मैं उन्हां दे कंट्रोल विच नहीं, ओ मेरे कंट्रोल विच आके। दूजा बंद दा भाव की निकलिया, दूजा बंदा निकलिया कि जदों मैं नकटी को ठनकन बाटा डूते तक खड़ा रह गया ते फिर उन्होंने मेरे एक एक इंद्रिय ज्ञान इंद्रिय ते अटैक करता। सगल माहे नकटी का बासा, सगल मार ओ हेरी, बल्कि मैं उन्हां दे नक्शे कदम ते चलदा रहा, सगलियां की हों बहन भांजी। पर कहंदे पे ने नहीं रहा ਉਹਦੇ ਵਿੱਚ समझिया सी ना, किन्हे विवेकी काटी तू। जदों तू जीवन दे विच ओ विवेक ले आया, विवेक ते आसरे होएगा कि जिन्हे बरी, जिसने इन्हां नू वरतना सिख लिया। बरी दा एक भाव हुंदा वर्त लेना, जिन्हां ने इसनू वरतना सिख लिया, तिस चेरी ओ काम क्रोध लोभ मोह अहंकार रहणगे, ओ ख्याल रहणगे, पर हुण मैं उन्हां दा गुलाम नहीं बनांगा। मैं जिवें चाहांगा जिंदगी दे विच अपने कंट्रोल विच आ गया। हुण सवाल खड़ा होया क्यों आ गया? बाबा कबीर तीजे बंद विच कहंदे पए ने, इस करके आया क्योंकि एक भरोसा पै गया। जदों ओ पति प्रभु मेरे अंदर ही सी, ओ क्षमता मेरे अंदर ही सी, ओ ताकत मेरे अंदर ही सी, पर मैं नकटी दे ट्यून ते नचदा पिया सी, इस करके आई वाज नॉट एबल टू रीप माय फुल पोटेंशियल। हुण जदों मैनू अपना पोटेंशियल दे अनुसार जीना आ गया ते भरोसा की आया, हमरो परता बड़ो विवेकी। हुण जिस दे नाल मैं एक मिक हो गया, जिदे नाल मेरी मत दा विआह हो गया है, ओ ते बड़ो विवेकी, ओ ते बड़ा ही विचार वाला है। हुण नतीजा की निकलिया? जदों इहो जी समझ आई ना, ਅਸੀਂ ਅਕਸਰ ਕੀ ਕਹਿੰਦੇ ਆ, ਜਾ ਮੈਂ ਤੈਨੂੰ ਜ਼ੁਬਾਨ ਦਿੱਤੀ। Does it mean taking out your tongue and give it to that person? Absolutely not. What does it mean? ਦਾ ਮੈਂ ਤੈਨੂੰ ਜ਼ੁਬਾਨ ਦਿੱਤੀ, ਭਾਵ ਮੈਂ ਤੈਨੂੰ ਕਮਿਟਮੈਂਟ ਦੇ ਦਿੱਤਾ। ਹੁਣ ਜਦੋਂ ਮੇਰਾ ਵਿਆਹ ਉਹ ਖਸਮ ਨਾਲ, ਉਹ ਸੱਚ ਨਾਲ ਹੋ ਗਿਆ, ਮੇਰੀ ਸੱਚ ਨਾਲ ਇਕਮਿਕਤਾ ਹੋ ਗਈ, ਤੇ ਹੋਏਗਾ ਕਿ ਮੇਰਾ ਮਨ ਇੱਕ ਚੀਜ਼ ਕਹੇਗਾ ਕਿ ਭਲਾ हमरो परता बड़ो विवेकी, आपे संत कहावे। हुण कहावे दा भाव कमिटमेंट दे देगा मेरा मन, किसनू? ओ संत नू। जेड़ा संत की सी, जेड़ा संत सी ओ रब्बी गुण
पहले जिहड़े संत दी आइडेंटिफिकेशन हो गई सी, ऐसे संत ना मौको पावे, उन्हां संतां तो खैरा छुड़ा के असल संत जिसनों कहंदे पए ने भाग होआ गुर संत मिलाया। केड़ा संत? प्रभ अविनाशी घर में पाया। वो प्रभ जदों घर दे विच पा लिया ते हुण कमिटमेंट दिंदा पिया कि बस उस सच दे आसरे मैं जिंदगी जियांगा। क्यों भला? क्योंकि मैनूं पता लग गया ओह हमारे मत्थे कायम। हुण ओ सच मेरे मत्थे ते टिके भाव हुण मेरी मत दे विच उहदा असर हो गया। नकटी कौन सी? पैड़ी मत, पैड़ी मत दे आसरे जी रहा सी। पर हमरो भरता बड़ो विवेकी दे आसरे की होया कि ओ हमारे माथे कायम। हुण मेरी मत ते की आ गया? वो चंगी मत, वो विवेक आ गई। कायम दा भाव वो टिक गई। हुण वो टिक गई तो की हो जाएगा? मैं भी एक सुरमा बन गया जिसनों कहंदे पए ने दागे होए। ब्रांड लग गया ना, माथे कायम हो गया, दागे होए सुरण में जूझे। आओ हुण उस नकटी मत नाल मैं दो दो हाथ करन लई तैयार हां। ओ हमारे माथे कायम। पर एक चीज है, जदों ए नवा भांडा आ गया ना, हुण पुराना भीख मंगन वाला भांडा मैं हुण सुट दिता। जदों नवे कपड़े आ गए ने ना, हुण वो फटे हुए कपड़े में सुट दिते ने। ओ हमारे माथे कायम। और कौन ने? वो नकटी वाले। वो और कौन ने? वो और ने वो भीख मंगन वाले ख्याल। और हमरे निकट ना आवे। तुहाडे अंदर है पोटेंशियल है हुण आके तुसी मेरी जिंदगी दे विच कब्जा कर सको। तुहाडे विच पोटेंशियल है कि तुसी हुण मैनू गुमराह कर सको। तुहाडे विच पोटेंशियल है कि तुसी अपने ट्यून ते मैनू नचा सको। बिल्कुल नहीं। बाबा कबीर कहंदे पे ने ओ हमारे माथे कायम और हमरे निकट ना आवे। हुण ओ ख्याल ते मेरे निकट नहीं आंदे। हुण पता मैं जिंदगी दे विच कीता की? बाबा कबीर अखीरले बंद विच कहंदे ने, बाबा कबीर कहंदे ने नाको काटी। मैं जिंदगी दे विच अज तक जेड़े काम भी करदा रहा ना, ओ मैं अपनी नक रखण लई करदा रहा। मैं विआह दे विच 500 तो 1000 बंदे बुलाने, भावें कर्जा लेना पै जाए, भावें उन्हां 50 बंदे 500 बंदियां विचों 450 बंदियां नूं मैं जिंदगी च कदी ना मिलिया। बट फिर भी क्यों? क्योंकि दिखाना है कि देखो मेरी इतनी बड़ी बिरादरी है। पूछे क्यों कीता? की जवाब दिता जाता है? नक ले। पर बाबा कबीर एक चीज बिल्कुल स्पष्ट करते हैं, जो असी बाहरली तौर पर भी वहम परम पखंड कर्म कांड करते हैं ना, उसका एक कारण एक समाज दे विच एक हिस्सा बनने लई, अपना नक रखने लई। पर बाबा कबीर कहते पे ने कि जब हम एको एक कर जाने तब लोगों का है दुख मानिया। हुण जदों मैं एक दी गल करदा पिया, मैं एक नाल जुड़ गया, लोगों नूं क्यों दुख पै गया? जब हम एक को एक कर जाने तब लोगों का है दुख मानिया। हम अपत्य जे एक दे मार्ग ते चलना, जे एक दी गल चल करना बेइज्जत होना है, नक कट्टे होना है। हुण ओ वाला नक कट्टना मैनू परवान। हम अपत्य ओ बेइज्जत मैनू परवान। हम अपत्य अपनी पत खोई हमरे खोज परो मत कोई। तुहानू प्रॉब्लम है तुस उस राह ते ना चलो ना, मैं तुहानू फोर्स नहीं करदा पिया, तुसी मैनू फोर्स ना करो। जब हम एक को एक कर जाने तब लोगों का है दुख मान्या। हम अपत्य अपनी पत खोई हमरे खोज परो मत कोई। हम मंदे मंदे मनमाई। पर बाबा कबीर एक फैसला देंदे पे ने, सांझ पात कहूं से नाई। हुण मैं तुहाडे नाल पर कॉम्प्रोमाइज नहीं कर सकदा, मैनूं तुहाडे नाल प्रॉब्लम कोई नहीं, पर मता एक्सपेक्ट करो कि हुण मैं तुहाडे नाल कॉम्प्रोमाइज करांगा। पर बाबा कबीर हुण अगे एक फैसला होर सुणांदे ने, पत अपत तांकी नहीं लाज। दुनिया ने जो गल नक रखन दी बनाई हुई है, जो शो ऑफ दी बनाई हुई है, जो वहम करन दी बनाई हुई है, जो पता नहीं भीड़ दे विच इकट्ठे होने दी बनाई हुई है, वो जो दुनिया दी नक रखन दी फिलोसफी है ना, बाबा कबीर कहंदे पे ने पत अपत तांकी नहीं लाज। मैनू उदा परवाह नहीं है, पर एक चीज चेता रखियो, एक चेतावनी देंदे पे ने, तब जानोगे तुहानू तद समझ आनी है जब उगरे गोपाज, जदों सच सामने आएगा फिर कितने मुंह छुपाओगे। बस बाबा कबीर अज वो कहंदे पे ने, जो बाहरली तौर ते मैं नक रखन लई दुनिया दे सामने काम करदा रहा ना, जिसनू एक कहावत विच कहंदे ने ना, दुनिया में सबसे बड़ा है रोग, मेरे बारे में क्या कहेंगे लोग। हुण उस आसरे जो मैं काम करदा रहा, जदों विवेक बुद्ध सतगुर ते पाई आ चुकी है, ते होएगा कि नाको काटी। ओ वारे सारे ख्याल हुण मैं कट दिते ने। कानो काटी मैं काम केड़े करदा सी? कोई चंज दा काम करा ते मेरी एक गल होंदी सी कि मैं जरा सुना लोग मेरी तारीफ करदे पए ने कि नहीं। दूजी चीज, मैं केवल सुनी सुनाइयां गल्लां दे उत्ते आके
WhatsApp यूनिवर्सिटी ਦਾ ਵਿਦਵਾਨ ਬਣ ਕੇ ਮੈਂ ਦੁਨੀਆ ਨੂੰ ਸਲਾਵਾ ਦਿੰਦਾ ਰਹਿੰਦਾ ਸੀ ਕਿ ਇਹ ਕੰਮ ਕਰੋ, ਇਹ ਨਹੀਂ ਕਰੋ। ਉਹ ਕੇਵਲ ਸੁਣੀ ਸੁਣਾਈਆਂ ਗੱਲਾਂ ਤੱਕ ਖੜੇ ਰਹਿਣ ਲਈ ਉਹ ਵਾਲੇ ਸਾਰੇ ਕੰਮ ਕੀ ਕਰ ਦਿੱਤੇ, ਮੈਂ ਛੱਡ ਦਿੱਤੇ, ਕਾਨੋ ਕਾਟੀ। ਬਲਕਿ ਮੈਂ ਪਤਾ ਕੀ ਕੀਤਾ, ਨਾਕੋ ਕਾਟੀ, ਕਾਨੋ ਕਾਟੀ, ਕਾਟ ਕੂਟ ਕੇ ਡਾਰੀ। ਮੈਂ ਉਸਨੂੰ ਬਿਲਕੁਲ ਕਰੰਬਲ ਕਰਕੇ, ਡਿਸਟਰੋਏ ਕਰਕੇ ਉਹਨਾਂ ਬਿਲਕੁਲ ਵਜੂਦ ਖਤਮ ਕਰ ਦਿੱਤਾ, ਤਾਂ ਕਿ ਉਹ ਵਾਲੀ ਸੋਚ, ਉਹ ਵਾਲੀ ਥਾਟ ਪ੍ਰੋਸੈਸ ਵਾਪਸ ਮੇਰੀ ਜ਼ਿੰਦਗੀ ਦੇ ਵਿੱਚ ਇੰਪੈਕਟ ਨਾ ਕਰ ਸਕੇ। ਕਿਉਂ ਜ਼ਰੂਰੀ ਸੀ ਉਸਨੂੰ ਪ੍ਰੋਪਰਲੀ ਡਿਸਟਰੋਏ ਕਰਨਾ? ਬਾਬਾ ਕਬੀਰ ਕਹਿੰਦੇ ਪਏ ਨੇ, ਇਸ ਕਰਕੇ ਕਿਉਂਕਿ ਕਹੋ ਕਬੀਰ ਸੰਤਨ ਕੀ ਬੈਰਨ, तीन लोक की प्यारी। ਉਹ ਵਾਲੀ ਜਿਹੜੀ ਸੋਚ ਸੀ ਨਾ, ਜਿਹੜੀ ਨੱਕ ਤੇ ਖੜੀ ਸੀ, ਜਿਹੜੀ ਕੰਨ ਤੇ ਖੜੀ ਸੀ, ਉਹ ਮੈਨੂੰ ਉਸ ਸੰਤ ਪ੍ਰਭੂ ਦੀ ਸੋਚ ਤੋਂ ਪਰੇ ਰੱਖਦੀ ਪਈ ਸੀ, ਕਿਉਂਕਿ ਬੈਰਨ ਸੀ। ਉਹਨੂੰ ਪਤਾ ਸੀ ਕਿ ਅਸਲ ਦੇ ਵਿੱਚ ਮੈਂ ਉਹ ਹਰਜਨ ਬਣ ਗਿਆ, ਅਸਲ ਦੇ ਵਿੱਚ ਉਹ ਸੰਤ ਵਾਲੇ ਗੁਣ ਜ਼ਿੰਦਗੀ ਦੇ ਵਿੱਚ ਧਾਰਨ ਕਰ ਲਏ, ਫਿਰ ਬਾਹਰਲੇ ਤੌਰ ਤੇ ਮੈਨੂੰ ਕਿਸੇ ਦੀ ਮੁਹਤਾਜੀ ਨਹੀਂ ਰਹਿ ਜਾਏਗੀ। ਕਹੋ ਕਬੀਰ ਸੰਤਨ ਕੀ ਬੈਰਨ, ਉਹ ਸੋਚ ਪਤਾ ਕਿੱਥੇ ਖੜੀ ਸੀ? तीन लोक की प्यारी। ਉਹ ਦੁਨੀਆ ਜੋ तीन लोक ਦੀ ਗੱਲਾਂ ਕਰਦੀ ਪਈ ਸੀ, ਉਹ ਬਸ ਉੱਥੇ ਹੀ ਖੜੇ ਸੀ। ਬਾਬਾ ਕਬੀਰ ਕਹਿੰਦੇ ਪਏ ਨੇ, ਦੁਨੀਆ ਜਿਸ ਸੋਚ ਤੇ ਖੜੀ ਸੀ ਉੱਥੇ ਨਾ ਖੜੇ ਰਹਿ, ਤੂੰ ਅੱਗੇ ਵੱਜਾ। ਕਿਉਂ? ਕਿਉਂਕਿ ਤੇਹੀ ਗੁਨੀ ਸੰਸਾਰ ਪਰਮ ਸੁੱਤਾ, ਸੁੱਤਿਆਂ ਰਹਿਣ ਬਿਹਾਨੀ। ਉਹ ਵਾਲੀ ਸੋਚ ਤੇ ਬਸ ਤੂੰ ਸੁੱਤਾ ਹੀ ਰਹਿਣਾ ਸੀ। ਉਸ ਸੋਚ ਤੋਂ ਉੱਚੇ ਉੱਠ ਗਿਆ, ਜਦੋਂ ਦਸਮ ਦੁਆਰ ਖੁੱਲ ਗਿਆ, ਦਿਮਾਗ ਦੀ ਵਰਤੋਂ ਕਰਨੀ ਸਿੱਖ ਲਈ, ਤੇ ਹੋਏਗਾ ਕਿ ਚੌਥੇ ਪਦ ਕੋ ਜੋ ਨਰ ਚੀਨੇ ਤਿਨ ਹੀ ਪਰਮ ਪਦ ਪਾਇਆ। ਜਦੋਂ ਚੌਥਾ ਪਦ ਸਮਝ ਗਿਆ, ਜਦੋਂ ਉਹ ਦੁਨੀਆ ਵਾਲੀ ਸੋਚ ਨੂੰ ਛੱਡ ਕੇ ਜਦੋਂ ਇਹ ਮੰਨ ਗਿਆ ਕਿ ਮੈਂ ਆਪਣੇ ਮਨ ਨੂੰ ਹਰਜਨ ਬਣਾਉਣਾ ਚਾਹੁੰਦਾ ਹਾਂ, ਤਾਂ ਫਿਰ ਨਤੀਜਾ ਕੀ ਨਿਕਲੇਗਾ? ਬਾਬਾ ਕਬੀਰ ਕਹਿੰਦੇ ਪਏ ਨੇ, ਜੋ ਮੈਂ ਅੱਜ ਤੱਕ ਇਸ ਹਾਲਤ ਤੇ ਰਿਹਾ, ਉਹ ਹਾਲਤ ਕੀ ਸੀ? ਨਕਟੀ ਕੂ ਠਨ ਗਨ ਬਾਡਾ ਡੂ ਤੇ ਮੈਂ ਖੜਾ ਸੀ। ਉਹਦਾ ਨਤੀਜਾ ਕੀ ਨਿਕਲੇਗਾ? ਕਿ ਮੈਂ ਵਿਵੇਕੀ ਕਾਟੀ ਤੂੰ ਜਦੋਂ ਵਿਵੇਕ ਦੇ ਨਾਲ ਉਸ ਸੋਚ ਨੂੰ ਕੱਟ ਦਿੱਤਾ, ਤੇ ਅੱਗੇ ਨਤੀਜਾ ਕੀ ਨਿਕਲੇਗਾ? ਅਗਲੇ ਸ਼ਬਦ ਵਿੱਚ ਸਪਸ਼ਟ ਕਰਦੇ ਨੇ, ਤਾਂ ਤੇ ਸੇਵੀਅਲੇ ਰਾਮਣਾ ਰਸਨਾ ਰਾਮ ਨਾਮ ਹਿਤ ਜਾ ਕੇ ਕਹਾਂ ਕਰੇ ਜਮਣਾ। ਫਿਰ ਇਹ ਜੋ ਸਾਰੀ ਅੱਜ ਤੱਕ ਮੈਨੂੰ ਨਚਾਉਣ ਵਾਲੀਆਂ ਚੀਜ਼ਾਂ ਸੀ, ਇਹ ਹੁਣ ਮੇਰੇ ਤੇ ਕੋਈ ਇੰਪੈਕਟ ਨਹੀਂ ਕਰ ਸਕਣਗੀਆਂ। ਸੋ ਅੱਜ ਦੇ ਸ਼ਬਦ ਵਿੱਚ ਬਾਬਾ ਕਬੀਰ ਸਮਝਾਉਂਦੇ ਪਏ ਨੇ ਕਿ ਮੇਰੇ ਇੱਕ ਭਾਂਡੇ ਦੇ ਵਿੱਚ ਸੀ ਤ੍ਰਿਸ਼ਨਾ ਦਾ ਪਾਣੀ, ਇੱਕ ਭਾਂਡੇ ਵਿੱਚ ਸੀ ਇੱਕਦਮ ਮਰੇ ਹੋਏ ਖਿਆਲ, ਨਾਲ ਨਾਲ ਕੀ ਸੀ? ਉਹ ਪੰਜ ਜੋਗੀ, ਉਹ ਪੰਜੇ ਜੁੜ ਕੇ ਬੈਠੇ ਹੋਏ ਸੀ, ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਉਹਦੇ ਅੰਦਰ ਕੌਣ ਸੀ? ਇਹ ਮੇਰੀ ਮਤ, ਜੋ ਮਤ ਦੇ ਕੋਲ ਕੋਈ ਬਚਨ ਦਾ ਕੋਈ ਵਸੀਲਾ, ਕੋਈ ਤਰੀਕਾ ਨਹੀਂ ਸੀ। ਇਸ ਕਰਕੇ ਉਹਦੀ ਇੱਜ਼ਤ ਲੁੱਟੀ ਗਈ, ਜਿਸਨੂੰ ਕਹਿੰਦੇ ਪਏ ਨੇ ਨਕਟੀ। ਜਿਹੜੇ ਕੋਲ ਇੱਜ਼ਤ ਨਹੀਂ ਰਹੀ, ਉਸ ਟਿਊਨ ਤੇ, ਉਸ ਮਤ ਤੇ ਮੈਂ ਅੱਜ ਤੱਕ ਨੱਚਦਾ ਰਿਹਾ, ਨਕਟੀ ਕੋ ਠਨਗਨ ਬਾਡਾ ਡੂ। ਪਰ ਜਦੋਂ ਮੇਰੇ ਜੀਵਨ ਦੇ ਵਿੱਚ ਵਿਵੇਕ ਬੁੱਧ ਸਤਗੁਰ ਤੇ ਪਾਈ, ਉਹ ਵਿਵੇਕ ਬੁੱਧ ਆ ਗਈ, ਫਿਰ ਕਿਨਹ ਵਿਵੇਕੀ ਕਾਟੀ ਤੋਂ, ਫਿਰ ਉਸ ਅਸਰ ਤੋਂ ਮੈਂ ਬਚ ਸਕਦਾ ਹਾਂ ਜੋ ਮੇਰੇ ਇੱਕ ਇੱਕ ਇੰਦਰੇ ਤੇ ਇੰਪੈਕਟ ਕਰ ਚੁੱਕੇ ਸੀ। ਉਸ ਇੰਦਰੇ ਨੂੰ ਮੈਂ ਉਹਨਾਂ ਤੋਂ ਆਜ਼ਾਦ ਕਰਾ ਕੇ ਮੈਂ ਇੱਕ ਚੱਜਦੀ ਜ਼ਿੰਦਗੀ, ਆਪਣੀ ਮੰਜ਼ਿਲ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਉੱਥੇ ਤੱਕ ਪਹੁੰਚ ਸਕਦਾ। ਬਾਬਾ ਕਬੀਰ ਦਾ ਸ਼ਬਦ ਜੋ ਭਾਵ ਸਮਝ ਆਏ ਨੇ, ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੋਈ ਗਾਰੰਟੀ ਨਹੀਂ ਕਿ ਇਹ ਅਰਥ ਫਾਈਲਨ ਨੇ। ਤੁਸੀਂ ਸਾਰੇ ਆਪਣੇ ਆਪਣੇ ਖੋਜ ਜ਼ਰੂਰ ਕਰਕੇ ਇਸ ਨੂੰ ਹੋਰ ਗਹਿਰਾਈ ਤੱਕ ਸਮਝਣ ਦੀ ਕੋਸ਼ਿਸ਼ ਕਰੋ, ਪਰ ਬੇਨਤੀ ਕਹਾਣੀ ਤੱਕ ਨਾ ਰਹਿ ਕੇ ਇਸ ਸ਼ਬਦ ਨੂੰ, ਇਸ ਪ੍ਰਕਰਨ ਨੂੰ, ਇਸ ਟੌਪਿਕ ਨੂੰ ਬੜੇ ਡਿਟੇਲ ਵਿੱਚ, ਇਹਨਾਂ ਸ਼ਬਦਾਂ ਨੂੰ, ਇਸ ਫਿਲਾਸਫੀ ਨੂੰ ਸਮਝ ਕੇ ਫਿਰ ਅਸੀਂ ਆਪਣੇ ਜੀਵਨ ਦੇ ਵਿੱਚ ਇੰਪਲੀਮੈਂਟ ਕਰੀਏ, ਤਾਂ ਕਿ ਅਸੀਂ ਟਪਲਾ ਨਾ ਖਾ ਜਾਈਏ। ਬਾਬਾ ਕਬੀਰ ਦੀ ਉਹ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਲਾਗੂ ਕਰ ਸਕੀਏ। ਆਪ ਸਭ ਦੇ ਪਿਆਰ, ਇਕਾਗਰਤਾ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।